ਸਾਰੇ ਹੀ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਅੱਜ ਮੈਂ ਤੁਹਾਡੇ ਲਈ ਟੌਪਿਕ ਲੈ ਕੇ ਆਇਆ ਹਾਂ ਸਿੱਖ ਮਿਸਲਾਂ ਦਾ ਭਾਗ 2। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਭਾਗ ਦੇ ਵਿੱਚ ਦੱਸਿਆ ਸੀ ਕਿ ਸਿੱਖ ਮਿਸਲਾਂ ਦਾ ਇਤਿਹਾਸ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਹੈ ਜੋ ਅਧੂਰਾ ਹੈ। ਜਦੋਂ ਵੀ ਅਸੀਂ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਲੈਂਦੇ ਹਾਂ, ਉਸ ਨੂੰ ਪੜ੍ਹਦੇ ਹਾਂ, ਤਾਂ ਸਿੱਖ ਮਿਸਲਾਂ ਦਾ ਜੋ ਅਹਿਮ ਰੋਲ ਹੈ, ਉਸ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਦੀ ਸਿਰਜਣਾ ਕਰਨੀ ਬਿਲਕੁਲ ਵੀ ਅਸੰਭਵ ਹੈ। ਤਾਂ ਅੱਜ ਅਸੀਂ ਸਿੱਖ ਮਿਸਲਾਂ ਦੇ ਭਾਗ 2 ਦੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਕਰਵਾਇਆ ਸੀ ਉਹ ਸਿੱਖ ਮਿਸਲਾਂ ਦਾ ਭਾਗ 1 ਸੀ, ਜਿਸ ਦੇ ਵਿੱਚ ਤੁਹਾਨੂੰ ਮੈਂ ਨਵਾਬ ਕਪੂਰ ਸਿੰਘ ਬਾਰੇ ਦੱਸਿਆ ਸੀ, ਬੁੱਢਾ ਦਲ ਅਤੇ ਤਰੁਣਾ ਦਲ ਬਾਰੇ ਦੱਸਿਆ ਸੀ। ਕਿਉਂਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1716 ਈਸਵੀ ਤੋਂ ਬਾਅਦ ਮੁਗਲਾਂ ਦੇ ਪਠਾਨਾਂ ਦੇ ਅਤਿਆਚਾਰ ਆ ਜਿਹੜੇ ਉਹ ਸਿੱਖਾਂ 'ਤੇ ਭਾਰੀ ਪੈਂਦੇ ਰਹੇ। ਸਿੱਖਿਆ ਦੇ ਬਹੁਤ ਜ਼ਿਆਦਾ ਜਿਹੜੇ ਅਤਿਆਚਾਰ ਸੀ ਇਹਨਾਂ ਦੁਆਰਾ ਕੀਤੇ ਗਏ। ਉਹਨਾਂ ਦੇ ਧਰਮ ਦੀ ਬੇਕਦਰੀ ਜਿਹੜੀ ਆ ਉਹ ਕੀਤੀ ਗਈ ਆ। ਤਾਂ ਉਹਨਾਂ ਤੋਂ ਬਾਅਦ ਜੋ ਇਹ ਕੁਝ ਹੋ ਰਿਹਾ ਸੀ, ਮੀਰ ਮਨੂ ਦਾ, ਜ਼ਕਰੀਆ ਖਾਂ ਦਾ, ਯਾਹੀਆ ਖਾਂ ਦਾ, ਇਹਨਾਂ ਦਾ ਅਹਿਮ ਰੋਲ ਸੀ ਸਿੱਖਾਂ ਦੇ ਵਿਰੁੱਧ ਜੋ ਵੀ ਕਾਰਵਾਈਆਂ ਹੋਈਆਂ ਸਨ। ਤਾਂ ਇਹਨਾਂ ਦਾ ਜਵਾਬ ਦੇਣ ਦੇ ਲਈ ਸਰਦਾਰ ਨਵਾਬ ਕਪੂਰ ਸਿੰਘ ਵਰਗੇ ਨੇਤਾ ਨੇ ਇਹਨਾਂ ਨੇ 1734 ਈਸਵੀ ਦੇ ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦੀ ਨੀਂਹ ਰੱਖੀ ਸੀ, ਜਿਸ ਦੇ ਵਿੱਚ 2 ਦਲ ਬਣਾਤੇ ਸੀ। ਮਤਲਬ ਨੌਜਵਾਨਾਂ ਨੂੰ ਅਤੇ ਬਜ਼ੁਰਗਾਂ ਨੂੰ ਮਿਲਾ ਕੇ ਸਿੱਖ ਧਰਮ ਦੇ ਲਈ, ਉਸ ਦੀ ਰੱਖਿਆ ਦੇ ਲਈ ਉਹਨਾਂ ਨੂੰ ਉਸ ਦੀ ਸਿਰਜਣਾ ਕੀਤੀ ਗਈ। ਬੁੱਢਾ ਦਲ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ 40 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਸੀ ਉਹ ਗੁਰਦੁਆਰੇ ਦੀ ਸਿਰਜਣਾ ਕਰਦੇ ਸਨ। ਉਹਨਾਂ ਨੇ ਗੁਰਦੁਆਰੇ ਦੀ ਉਸਾਰੀਆਂ ਕਰਵਾਈਆਂ ਨੇ, ਲੰਗਰ ਪ੍ਰਥਾ ਦੇ ਵਿੱਚ ਅਹਿਮ ਯੋਗਦਾਨ ਦਿੱਤਾ, ਧਰਮ ਦੇ ਪ੍ਰਤੀ ਉਹ ਰਹੇ, ਸਿੱਖ ਧਰਮ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਵੱਧ ਚੜ੍ਹ ਕੇ ਜਿਹੜਾ ਉਹ ਕੰਮ ਕੀਤਾ। ਦੂਜਾ ਜਿਹੜੇ ਤਰੁਣਾ ਦਲ ਸੀ, ਉਸ ਦੇ ਵਿੱਚ ਜਿਹੜੇ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਨੌਜਵਾਨ ਸੀ, ਉਹਨਾਂ ਨੇ ਸਿੱਖ ਧਰਮ ਦੇ ਲਈ ਦਲ ਖਾਲਸਾ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਸੀ, ਸੈਨਾ ਦੀ ਭਰਤੀ ਹੋ ਰਹੀ ਸੀ, ਉਹਨਾਂ ਦੇ ਵਿੱਚ ਉਹ ਸ਼ਾਮਲ ਹੁੰਦੇ ਸਨ। ਮਿਸਲਾਂ ਦੇ ਵਿੱਚ ਉਹੀ ਲੋਕ ਸੀ ਜਿਹੜੇ ਉਹ ਸ਼ਾਮਲ ਹੁੰਦੇ ਸਨ। ਦੂਜਾ, ਉਹਨਾਂ ਨੂੰ ਜਿਹੜੇ ਨਵਨਿਯੁਕਤ ਨੌਜਵਾਨ ਸੀ, ਉਹਨਾਂ ਨੂੰ ਟ੍ਰੇਨਿੰਗ ਸੀ ਜਿਹੜੀ ਉਹ ਦਿੱਤੀ ਜਾਂਦੀ ਸੀ ਤਾਂ ਕਿ ਉਹ ਅਤਿਆਚਾਰਾਂ ਦੇ ਖਿਲਾਫ ਹੈ ਉਹ ਮੁਕਾਬਲਾ ਕਰ ਸਕਣ। ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ, ਨਾਦਰ ਸ਼ਾਹ ਵਰਗਿਆਂ ਦੇ ਔਰ ਅਫਗਾਨਾਂ ਦੇ ਜੋ ਉਹ ਹਮਲੇ ਕਰਦੇ ਰਹੇ, ਇਹਨਾਂ ਹਮਲਿਆਂ ਦਾ ਜੋ ਮੁਕਾਬਲਾ ਸੀ ਉਹ ਤਰੁਣਾ ਦਲ ਦੇ ਨੌਜਵਾਨ ਸੀ ਜਿਹੜੇ ਉਹ ਕਰਦੇ ਰਹੇ। ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ 1748 ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਕੀਤੀ। ਉਹਨਾਂ ਨੇ ਇੱਕ ਇਕੱਠ ਕੀਤਾ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ। ਤਾਂ ਉਸ ਇਕੱਠ ਦੇ ਵਿੱਚ ਦਲ ਖਾਲਸਾ ਬਣਾਇਆ ਗਿਆ, ਕਿਉਂਕਿ ਪਹਿਲਾਂ ਇਹ ਜਿਹੜੇ ਸਿੱਖ ਜੱਥੇ ਸੀ ਬੜੇ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਵੱਧ ਗਿਣਤੀ ਦੇ ਵਿੱਚ ਵੰਡੇ ਹੋਏ ਸਨ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਸੀਮਿਤ ਗਿਣਤੀ ਕਰ ਦਿੱਤੀ ਗਈ, ਜਿਸ ਦੇ ਵਿੱਚ 12 ਮਿਸਲਾਂ ਸ਼ਾਮਲ ਸਨ। ਤਾਂ ਇਹਨਾਂ ਦਾ ਪ੍ਰਧਾਨ ਸੈਨਾਪਤੀ ਹੈ ਜਿਹੜਾ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਬਣਾਇਆ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਾਫੀ ਅਹਿਮ ਭੂਮਿਕਾ ਸੀ ਜਿਹੜੀ ਉਹਨਾਂ ਨੇ ਨਿਭਾਈ ਸੀ ਦਲ ਖਾਲਸਾ ਦੇ ਲਈ। ਇਹਨਾਂ ਦੇ ਇੱਕ ਇਹ ਸੀ ਜ਼ਰੂਰ ਕਿ ਜਦੋਂ ਦੁਸ਼ਮਣਾਂ ਦੇ ਨਾਲ ਮੁਕਾਬਲਾ ਹੁੰਦਾ ਸੀ ਤਾਂ ਭਾਵੇਂ ਮਿਸਲਾਂ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਸਨ, ਭਾਵੇਂ ਮਿਸਲਾਂ ਇੱਕ ਦੂਜੇ 'ਤੇ ਕਬਜ਼ਾ ਕਰਦੀਆਂ ਸਨ, ਇੱਕ ਦੂਜੇ ਦੇ ਇਲਾਕੇ 'ਤੇ ਆਪਣਾ ਜੋ ਨਜ਼ਰਾਨਾ ਲੈਣ ਦੇ ਲਈ ਉਹ ਕੋਸ਼ਿਸ਼ਾਂ ਸੀ ਉਹਨਾਂ ਦੀਆਂ ਉਹ ਜਾਰੀ ਰਹਿੰਦੀਆਂ ਸਨ। ਪਰ ਉਸ ਤੋਂ ਇਲਾਵਾ ਜਦੋਂ ਸਾਂਝੇ ਦੁਸ਼ਮਣ ਦੀ ਗੱਲ ਹੁੰਦੀ ਸੀ, ਚਾਹੇ ਉਹ ਮੁਗਲ ਹੋਣ, ਚਾਹੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਣ, ਚਾਹੇ ਅਫਗਾਨ ਹੋਣ, ਚਾਹੇ ਪਠਾਨ ਹੋਣ, ਤਾਂ ਇਹ ਮਿਸਲਾਂ ਸੀ ਜਿਹੜੀਆਂ ਇਕਜੁੱਟ ਹੋ ਜਾਂਦੀਆਂ ਸਨ ਅਤੇ ਇਕਜੁੱਟ ਹੋ ਕੇ ਇਹ ਮੁਕਾਬਲਾ ਕਰਦੀਆਂ ਸਨ। ਦੂਜੇ ਪਾਸੇ ਇਸ ਮਿਸਲ ਦੇ ਨਾਲ ਹੀ ਅਸੀਂ ਇੱਕ ਰਾਮਗੜੀਆ ਦੀ ਮਿਸਲ ਕੀਤੀ ਸੀ, ਜਿਸ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਬਹੁਤ ਪ੍ਰਸਿੱਧ ਨੇਤਾ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਸਨ। ਕਿਸ ਤਰ੍ਹਾਂ ਉਹ ਇਸ ਮਿਸਲ ਨੂੰ ਅੱਗੇ ਲੈ ਕੇ ਜਾਂਦੇ ਨੇ, ਕਿਸ ਤਰ੍ਹਾਂ ਉਹਨਾਂ ਨੇ, ਅਸੀਂ ਗੱਲ ਕੀਤੀ ਸੀ ਕਿ ਰਾਮ ਰੋਣੀ ਦੇ ਕਿਲੇ ਤੋਂ ਉਹਨਾਂ ਨੇ 300 ਸਿੱਖਾਂ ਨੂੰ ਕਿਵੇਂ ਬਚਾਇਆ। ਹਾਲਾਂਕਿ ਅਦੀਨਾ ਬੇਗ ਦੇ ਅਧੀਨ ਉਹ ਨੌਕਰੀ ਵੀ ਕਰਿਆ ਕਰਦੇ ਸਨ, ਪਰ ਉਹਨਾਂ ਨੇ ਸਾਰਾ ਕੁਝ ਛੱਡ ਕੇ ਜੋ ਸਿੱਖ ਭਾਈਚਾਰੇ ਦੇ ਲਈ ਕੰਮ ਕੀਤਾ ਉਹ ਬੜਾ ਲਾਹੇਵੰਦ ਹੈ, ਉਹ ਸਾਬਿਤ ਹੋਇਆ। ਚੜਾ ਸਿੰਘ ਦੀ ਮਿਸਲ ਸੀ, ਸ਼ੁਕਰ ਚੱਕੀਆ ਮਿਸਲ ਸੀ ਜਿਹੜੀ ਉਹਦੀ ਸਥਾਪਨਾ ਕੀਤੀ ਸੀ। ਉਹਨਾਂ ਦੇ ਵੱਡ ਵਡੇਰੇ ਸੀ ਜਿਹੜੇ ਉਹ ਸ਼ੁਕਰ ਚੱਕ ਪਿੰਡ ਦੇ ਰਹਿਣ ਵਾਲੇ ਸੀ, ਇਸ ਕਰਕੇ ਮਿਸਲ ਦਾ ਨਾਮ ਵੀ ਸ਼ੁਕਰ ਚੱਕੀਆ ਪੈ ਗਿਆ। ਇਹ ਮਿਸਲ ਅੱਗੇ ਜਾ ਕੇ ਕਾਫੀ ਅਹਿਮ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਪੋਤਰੇ ਸਨ ਰਣਜੀਤ ਸਿੰਘ, ਉਹ ਮਹਾਰਾਜਾ ਬਣ ਜਾਂਦੇ ਸਨ ਔਰ ਉਸ ਤੋਂ ਬਾਅਦ ਜਿਹੜੀਆਂ ਕਮਜ਼ੋਰ ਮਿਸਲਾਂ ਸੀ ਉਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਲੈਂਦੇ ਸਨ ਜਾਂ ਉਹਨਾਂ 'ਤੇ ਕਬਜ਼ਾ ਕਰ ਲੈਂਦੇ ਸਨ। ਤਾਂ ਰਣਜੀਤ ਸਿੰਘ ਦੀ ਜਿਹੜੀ ਭੂਮਿਕਾ ਹੈ ਸ਼ੁਕਰ ਚੱਕੇ ਮਿਸਲ ਨੂੰ ਉੱਪਰ ਲੈ ਜਾਣ ਦੀ ਕਾਫੀ ਹੱਦ ਤੱਕ ਉਹਨਾਂ ਨੇ ਜੋ ਕੀਤਾ ਹੈ।
ਅਫਗਾਨਾਂ ਨੂੰ ਮਤਲਬ ਉੱਥੇ ਹੀ ਰੋਕ ਕੇ ਰੱਖਿਆ ਉਹਨਾਂ ਨੇ। ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਜਿਹੜੇ ਸ਼ਕਤੀਆਂ ਆਈਆਂ ਨੇ ਉਹਨਾਂ ਨੂੰ ਵੀ ਉਹਨਾਂ ਨੇ, ਜੋ ਦੁਸ਼ਮਣ ਆਏ ਨੇ, ਰੋਕ ਕੇ ਰੱਖਿਆ। ਤਾਂ ਅਫਗਾਨਿਸਤਾਨ ਤੱਕ ਦਾ ਜਿਹੜਾ ਕਬਜ਼ਾ ਸੀ, ਚਾਹੇ ਜਮਰੌਦ ਦੀ ਗੱਲ ਕਰ ਲਈਏ, ਪਿਸ਼ਾਵਰ ਦੀ ਗੱਲ ਕਰ ਲਈਏ, ਉੱਥੇ ਤੱਕ ਦਾ ਜਿਹੜਾ ਕਬਜ਼ਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੀ। ਤਾਂ ਸ਼ੁਕਰ ਚੱਕੀਆ ਮਿਸਲ ਜਿਹੜੀ ਕਾਫੀ ਉੱਭਰ ਕੇ ਜਿਹੜੀ ਹੈ ਉਹ ਸਾਹਮਣੇ ਆਈ ਹੈ। ਕਨਈਆ ਮਿਸਲ ਦੀ ਗੱਲ ਕਰੀਏ ਤਾਂ ਜੈ ਸਿੰਘ ਦੀ ਮਿਸਲ ਸੀ ਇਹ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪੁੱਤਰ ਸੀ ਗੁਰਬਖਸ਼ ਸਿੰਘ, ਉਹ ਲੜਾਈ ਦੇ ਵਿੱਚ ਮਾਰੇ ਜਾਂਦੇ ਸਨ। ਅੰਤ ਉਹਨਾਂ ਦੀ ਜਿਹੜੀ ਵਿਧਵਾ ਪਤਨੀ ਹੁੰਦੀ ਹੈ ਸਦਾ ਕੌਰ, ਉਸ ਨੂੰ ਇਸ ਮਿਸਲ ਦਾ ਪ੍ਰਧਾਨ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਹੈ। ਉਹ ਇਸ ਮਿਸਲ ਦੇ ਸਰਦਾਰ ਬਣਦੇ ਸਨ, ਉਹ ਜਿਹੜੀ ਲੇਡੀ ਸੀ। ਤੇ ਅੰਤ ਉਸ ਦੀ ਜਿਹੜੀ ਬੇਟੀ ਹੁੰਦੀ ਹੈ ਮਹਿਤਾਬ ਕੌਰ, ਉਸ ਦਾ ਵਿਵਾਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਤੈਅ ਕਰ ਦਿੱਤਾ ਜਾਂਦਾ, ਹੋ ਜਾਂਦਾ ਹੈ। ਔਰ ਇਸ ਮਿਸਲ ਦੀ ਜਿਹੜੇ ਮਤਭੇਦ ਹੈ ਉਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਚੱਲਦੇ ਰਹਿੰਦੇ ਨੇ, ਕਿਉਂਕਿ ਅਸੀਂ ਪਹਿਲੇ ਭਾਗ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਸੀ ਮੈਂ ਕਿ ਮਤਭੇਦ ਚੱਲਦੇ ਰਹਿੰਦੇ ਨੇ। ਮਹਾਰਾਜਾ ਰਣਜੀਤ ਸਿੰਘ ਕੁਝ ਮਾਮਲੇ ਨੂੰ ਲੈ ਕੇ ਸਦਾ ਕੌਰ ਨੂੰ ਆਪਣੀ ਗ੍ਰਿਫਤਾਰ ਵੀ ਕਰ ਲੈਂਦੇ ਨੇ ਤੇ ਬਾਅਦ ਵਿੱਚ ਉਹਨੂੰ ਛੱਡ ਵੀ ਦਿੰਦੇ ਨੇ। ਤਾਂ ਕਨਈਆ ਮਿਸਲ ਜਿਹੜੀ ਇੱਕ ਅਹਿਮ ਮਿਸਲ ਦੇ ਤੌਰ ਤੇ ਮੰਨੀ ਜਾਂਦੀ ਹੈ। ਇਹਨਾਂ ਤੋਂ ਇਲਾਵਾ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਜੀ ਵਾਲੀ, ਉਹਨਾਂ ਦੀ ਸ਼ਹੀਦੀ ਨੂੰ ਭੁੱਲਿਆ ਨਹੀਂ ਜਾ ਸਕਦਾ। ਡੱਲਿਆਂ ਵਾਲੀਆ ਮਿਸਲ, ਕਰੋੜ ਸਿੰਘੀਆ ਮਿਸਲ, ਜਾਂ ਜਿਹਨੂੰ ਅਸੀਂ ਪੰਜਗੜੀਆ ਮਿਸਲ ਵੀ ਕਹਿੰਦੇ ਸਨ, ਜਿਸ ਦੇ ਵਿੱਚ ਸਰਦਾਰ ਬਘੇਲ ਸਿੰਘ ਦਾ ਇੱਕ ਅਹਿਮ ਰੋਲ ਸੀ, ਜਿਨ੍ਹਾਂ ਨੇ ਉਸ ਮਿਸਲ ਨੂੰ ਕਾਫੀ ਅੱਗੇ ਤੱਕ ਲੈ ਕੇ ਗਏ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਦੀ ਜਿਹੜੀ ਸੈਨਾ ਸੀ ਉਹਨੂੰ ਲੁੱਟਿਆ। ਸੋ ਇਹ ਮਿਸਲ ਅਸੀਂ ਜਿਹੜੀ ਹੈ ਨਿਸ਼ਾਨ ਵਾਲੀ ਮਿਸਲ ਦੀ ਗੱਲ ਕਰ ਲਈਏ, ਜਾਂ ਫਿਰ ਅਸੀਂ ਫੁਲਕੀਆ ਮਿਸਲ ਦੀ ਗੱਲ ਕਰ ਲਈਏ, ਜਿਨ੍ਹਾਂ ਦੇ ਵਿੱਚ ਪਟਿਆਲਾ ਰਿਆਸਤ ਹੈ ਜਿਹੜੀ ਉਹ ਉੱਭਰ ਕੇ ਆਈ ਹੈ, ਨਾਭਾ ਰਿਆਸਤ ਹੈ, ਜੀਂਦ ਰਿਆਸਤ ਹੈ, ਇਹ ਰਿਆਸਤਾਂ ਜਿਹੜੀਆਂ ਫੁਲਕੀਆ ਮਿਸਲਾਂ ਤੋਂ ਹੀ ਉੱਭਰ ਕੇ ਆਈਆਂ ਸਨ। ਤਾਂ ਇਹ ਮਿਸਲਾਂ ਦੀ ਜਿਹੜੀ ਅਸੀਂ ਗੱਲ ਸੀ ਉਹ ਪਹਿਲੇ ਭਾਗ ਦੇ ਵਿੱਚ ਕਰ ਚੁੱਕੇ ਆ। ਇਹ ਸਿਰਫ ਤੁਹਾਨੂੰ ਬਰੀਫਲੀ ਤਾਂ ਦੱਸਿਆ ਸੀ ਤਾਂ ਕਿ ਦੂਜਾ ਭਾਗ ਜਿਹੜਾ ਉਸ ਦੇ ਬਾਰੇ ਅਸੀਂ ਸ਼ੁਰੂ ਕਰ ਸਕੀਏ। ਇਹਨਾਂ ਦਾ ਜਿਹੜਾ ਰਾਜ ਪ੍ਰਬੰਧ ਹੈ, ਅਸਲ ਦੇ ਵਿੱਚ ਅਸੀਂ ਦੂਜੇ ਭਾਗ ਦੇ ਵਿੱਚ ਰਾਜ ਪ੍ਰਬੰਧ ਦੀ ਗੱਲ ਕਰਨੀ ਹੈ, ਜਿਸ ਦੇ ਵਿੱਚ ਅਸੀਂ ਗੁਰਮਤਾ ਦੀ ਗੱਲ ਕਰਾਂਗੇ। ਗੁਰਮਤਾ ਅਸਲ ਦੇ ਵਿੱਚ ਜਿਹੜੀ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ ਉਹ ਗੁਰਮਤਾ ਸੀ। ਗੁਰਮਤਾ ਦਾ ਅਰਥ ਦੋ ਸ਼ਬਦਾਂ ਤੋਂ ਲਿਆ ਗਿਆ ਹੈ, ਗੁਰੂ ਅਤੇ ਮਤਾ ਦੇ ਮੇਲ ਤੋਂ ਬਣਿਆ, ਜਿਸ ਦਾ ਭਾਵ ਹੈ ਗੁਰੂ ਦਾ ਮਤ ਜਾਂ ਗੁਰੂ ਦਾ ਫੈਸਲਾ। ਮੰਨਿਆ ਜਾਂਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਗੁਰਮਤਾ ਦੇ ਆਦੇਸ਼ ਜਿਹੜੇ ਉਹ ਕੀਤੇ ਸਨ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਆਦੇਸ਼ ਕੀਤਾ ਸੀ ਕਿ ਜਿੱਥੇ 5 ਸਿੱਖ ਇਕੱਠੇ ਹੋ ਜਾਣਗੇ, ਅੰਮ੍ਰਿਤਧਾਰੀ ਸਿੱਖ ਇਕੱਠੇ ਹੋ ਜਾਣਗੇ, ਜਦੋਂ ਉਹ ਕੋਈ ਫੈਸਲਾ ਕਰਨਗੇ ਤਾਂ ਉਸ ਨੂੰ ਗੁਰਮਤਾ ਦਾ ਫੈਸਲਾ ਹੈ ਜਿਹੜਾ ਉਹ ਮੰਨਿਆ ਜਾਵੇਗਾ। ਤਾਂ ਗੁਰਮਤਾ ਦਾ ਜੋ ਪ੍ਰਭਾਵ ਹੈ ਉਹ ਸਿੱਖ ਮਿਸਲਾਂ 'ਤੇ ਕਾਫੀ ਜਿਹੜਾ ਹੈ ਉਹ ਪ੍ਰਭਾਵਸ਼ਾਲੀ ਰਿਹਾ। ਗੁਰਮਤਾ ਨੇ ਕਾਫੀ ਮਤੇ ਜਿਹੜੇ ਸਿੱਖ ਧਰਮ ਦੇ ਲਈ ਕੀਤੇ, ਕਿਉਂਕਿ ਜੇ ਬੁੱਢਾ ਦਲ ਜਾਂ ਤਰੁਣਾ ਦਲ ਦੀ ਗੱਲ ਕਰ ਲਈ ਤਾਂ ਬੁੱਢਾ ਦਲ ਦਾ ਅਸਲ ਦੇ ਵਿੱਚ ਇਹ ਵੀ ਸੀ ਕਿ ਜੋ ਗੁਰਮਤਾ ਦੇ ਆਦੇਸ਼ ਹੈ ਉਹ ਬੁੱਢਾ ਦਲ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਦੇ ਸਨ, ਕਿਉਂਕਿ ਧਰਮ ਦਾ ਪ੍ਰਚਾਰ ਕਰਨਾ, ਧਨ ਇਕੱਠਾ ਕਰਨਾ ਧਰਮ ਦੇ ਲਈ, ਲੰਗਰ ਵਰਤਾਨਾ, ਗਰੀਬ ਲੋਕਾਂ ਦੀ ਮਦਦ ਕਰਨੀ, ਉਹ ਵੀ ਉਸੇ ਦੇ ਜਿਹੜੇ ਗੁਰਮਤਾ ਦੇ ਆਦੇਸ਼ ਸੀ ਉਹਨਾਂ ਦੇ ਵਿੱਚੋਂ ਹੀ ਆਉਂਦੇ ਸਨ। ਇਹਨਾਂ ਦੇ ਮੁੱਖ ਜਿਹੜੇ ਕੰਮ ਸੀ ਉਹ ਉਸਦੀ ਗੱਲ ਕਰੀਏ ਤਾਂ ਦਲ ਖਾਲਸਾ ਦੇ ਆਗੂ ਦੀ ਚੋਣ ਕਰਨੀ, ਕਿਉਂਕਿ ਇਹ ਵਿਸਾਖੀ ਵਾਲੇ ਦਿਨ ਇਕੱਠੇ ਹੁੰਦੇ ਸਨ, ਹਰ ਸਾਲ ਦੀਵਾਲੀ ਔਰ ਵਿਸਾਖੀ ਦੇ ਦਿਨ ਇਕੱਠੇ ਹੁੰਦੇ ਸਨ। ਤਾਂ ਇਹ ਦਲ ਖਾਲਸਾ ਦੇ ਪ੍ਰਧਾਨ ਦੀ ਜਿਹੜੀ ਚੋਣ ਉਹ ਕਰਿਆ ਕਰਦੇ ਸਨ। ਦਲ ਖਾਲਸਾ ਦੀ ਚੋਣ ਹੈ ਜਿਹੜੀ ਉਹ ਗੁਰਮਤਾ ਦੇ ਆਦੇਸ਼ਾਂ ਦੇ ਹੁੰਦੇ ਸਨ ਕਿ ਕਿਹੜਾ ਵਿਅਕਤੀ ਜਿਹੜਾ ਦਲ ਖਾਲਸਾ ਦਾ ਪ੍ਰਧਾਨ ਬਣੇਗਾ ਤੇ ਉਹ ਇਹਨਾਂ ਮਿਸਲਾਂ ਨੂੰ ਦੇ ਨਾਲ ਜਿਹੜੇ ਸਬੰਧ ਹੈ ਉਸਦੇ ਕਾਇਮ ਰਹਿਣਗੇ ਤੇ ਸਾਂਝੀ ਜੋ ਵਾਰਤਾਲਾਪ ਸੀ ਜਿਹੜੀ ਉਹ ਦਲ ਖਾਲਸਾ ਦੇ ਪ੍ਰਧਾਨ ਦੀ ਹੋਇਆ ਕਰਦੀ ਸੀ। ਦੂਜਾ ਗੁਰਮਤਾ ਦੇ ਕੰਮ ਇਹ ਸੀ ਕਿ ਇਹ ਸਿੱਖਾਂ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਇਹ ਜਾਰੀ ਕਰਦੇ ਸਨ ਕਿ ਵਿਦੇਸ਼ਾਂ ਦੇ ਨਾਲ ਕਿਹੋ ਜਿਹੇ ਸਬੰਧ ਹੋਣੇ ਚਾਹੀਦੇ ਸਨ। ਵਿਦੇਸ਼ ਨੀਤੀ ਦੇ ਲਈ ਜੋ ਸਿੱਖਾਂ ਦੀ ਆਪ ਦੀ ਚਾਹੇ ਵਪਾਰਕ ਤੌਰ ਤੇ ਗੱਲ ਕਰ ਲਈਏ ਜਾਂ ਯੁੱਧ ਦੀ ਗੱਲ ਕਰ ਲਈਏ ਤਾਂ ਉਸ ਨੂੰ ਲੈ ਕੇ ਉਹ ਜੋ ਸਬੰਧ ਸੀ ਵਿਦੇਸ਼ ਨੀਤੀ ਦੇ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਸਨ। ਤੇ ਗੁਰਮਤਾ ਦੇ ਇੱਕ ਆਦੇਸ਼ ਇਹ ਵੀ ਸੀ ਕਿ ਜਿਹੜੇ ਸਿੱਖਾਂ ਦੇ ਆਪਸੀ ਲੜਾਈ ਝਗੜੇ ਸੀ, ਭਾਵੇਂ ਉਹ ਮਿਸਲਾਂ ਦੇ ਸੀ, ਇੱਕ ਮਿਸਲ ਦੀ ਦੂਜੀ ਮਿਸਲ ਦੇ ਨਾਲ ਜੋ ਝਗੜਾ ਹੁੰਦਾ ਸੀ ਉਸ ਦਾ ਨਿਪਟਾਰਾ ਕਰਨਾ, ਜਾਂ ਇੱਕ ਮਿਸਲ ਦੁਆਰਾ ਦੂਜੇ ਮਿਸਲ ਦਾ ਜੋ ਇਲਾਕਾ ਦੱਬਿਆ ਹੁੰਦਾ ਸੀ ਉਸ ਇਲਾਕੇ ਦੇ ਲਈ ਕੋਈ ਮਸਲਾ ਖੜਾ ਹੋਣਾ ਤਾਂ ਉਸ ਮਸਲੇ ਨੂੰ ਵੀ ਗੁਰਮਤਾ ਸੀ ਜਿਹੜੀ ਉਹ ਸੁਲਝਾਇਆ ਕਰਦੀ ਸੀ। ਮਤਲਬ ਇਹ ਸੀ ਕਿ ਜਿੰਨੇ ਆਪਸੀ ਮਸਲੇ ਸੀ ਸਿੱਖਾਂ ਦੇ, ਉਹਨਾਂ ਦੇ ਲਈ ਗੁਰਮਤਾ ਇੱਕ ਤਰ੍ਹਾਂ ਦੀ ਅਦਾਲਤ ਸੀ ਤੇ ਉਸ ਨੂੰ ਪੂਰੇ ਢੰਗ ਦੇ ਨਾਲ, ਪੂਰੇ ਨਿਯਮਾਂ ਦੇ ਨਾਲ ਅਸੀਂ ਜਿਹੜਾ ਉਸ ਦਾ ਜੋ ਨਿਆਂ ਸੀ ਉਹ ਕੀਤਾ ਜਾਂਦਾ ਸੀ। ਸਿੱਖ ਧਰਮ ਦੇ ਲਈ ਪ੍ਰਚਾਰ ਕਰਨਾ ਗੁਰਮਤਾ ਦਾ ਪ੍ਰਮੁੱਖ ਕੰਮ ਸੀ ਕਿ ਸਿੱਖ ਧਰਮ ਦੇ ਲਈ ਕਿ ਜੇਕਰ ਯੁੱਧ ਲਈ ਲੜਨ ਜਾ ਰਹੇ ਹੋ ਤਾਂ ਸਿੱਖ ਧਰਮ ਦਾ ਜਿਹੜਾ ਉਹ ਕਿਤੇ ਓਲੇ ਨਾ ਹੋ ਜਾਏ, ਇਸ ਕਰਕੇ
ਉਸ ਦੇ ਨਾਲ ਗੁਰਦੁਆਰੇ ਦੀ ਉਸਾਰੀ ਕਰਵਾਉਣਾ, ਧਨ ਇਕੱਠਾ ਕਰਨਾ, ਗੁਰਦੁਆਰੇ ਦੇ ਵਿੱਚ ਲੰਗਰ ਪ੍ਰਦਾਨ ਕਰਨਾ, ਲੋੜਵੰਦ ਲੋਕਾਂ ਦੀ ਮਦਦ ਕਰਨਾ, ਇਹ ਵੀ ਉਹਨਾਂ ਦੇ ਲਈ ਜ਼ਰੂਰੀ ਸੀ। ਕਿਉਂਕਿ ਜੋ ਕਿ ਗੁਰਮਤਾ ਹੈ, ਇਹਨਾਂ ਦੇ ਦੁਆਰਾ ਇਹ ਸਾਰੇ ਆਦੇਸ਼ ਹੈ ਜਿਹੜੇ ਉਸ ਦਾ ਪਾਲਣ ਸਾਰੀ ਮਿਸਲਾ ਹੀ ਹੈ ਜਿਹੜੀ ਆ ਉਹ ਕਰਿਆ ਕਰਦੇ ਸਨ। ਦੁਸ਼ਮਣਾਂ ਵਿਰੁੱਧ ਯੋਜਨਾਵਾਂ ਦਾ ਖਰੜਾ ਜਿਹੜਾ ਤਿਆਰ ਸੀ ਉਹ ਗੁਰਮਤਾ ਹੀ ਕਰਦੀ ਸੀ। ਕਿਉਂਕਿ ਅਸੀਂ ਦੇਖਿਆ ਹੈ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਜਿਹੜੇ ਸਾਡੇ ਮਿਸਲਾ ਦੇ ਸਰਦਾਰ ਸੀ ਉਹ ਇਕਜੁੱਟ ਹੋ ਕੇ ਲੜੇ ਨੇ। ਭਾਵੇਂ ਉਹਨਾਂ ਦੇ ਜੋ ਉਦੇਸ਼ ਸੀ ਉਹ ਬਿਲਕੁਲ ਅਲੱਗ ਸੀ, ਚਾਹੇ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਹੈਗੀ ਸੀ ਉਹ ਇਕਸੂਰਤਾ ਨਹੀਂ ਸੀ, ਪਰ ਜਦੋਂ ਗੱਲ ਕਰੀਏ ਸਾਂਝੀਵਾਲਤਾ ਦੀ ਤਾਂ ਅਹਿਮਦ ਸ਼ਾਹ ਅਬਦਾਲੀ ਦਾ ਜੋ ਇਹਨਾਂ ਨੇ ਮੁਕਾਬਲਾ ਕੀਤਾ ਹੈ, ਮਤਲਬ ਸਰਦਾਰ ਬਘੇਲ ਸਿੰਘ ਦੀ ਗੱਲ ਕਰ ਲਈਏ, ਜੱਸਾ ਸਿੰਘ ਆਲੂਵਾਲੀ ਦੀ ਗੱਲ ਕਰ ਲਈਏ, ਤਾਂ ਇਹਨਾਂ ਵਰਗੇ ਨੇਤਾ ਨੇ ਉਹਨਾਂ ਦੀ ਸੈਰਾਂ ਨੂੰ ਕੁਝ ਟੁਕੜਿਆਂ ਨੂੰ ਜਿਹੜਾ ਭਜਾ ਦਿੱਤਾ ਸੀ, ਲੁੱਟ ਵੀ ਲਿਆ ਸੀ ਉਹਨਾਂ ਦੇ ਵਿੱਚੋਂ ਕੁਝ ਨੂੰ। ਤੇ ਜੇ ਸਰਹੰਦ ਦੇ ਜੈਨ ਖਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਸਾਰੀ ਮਿਸਲਾਂ ਦੇ ਜਿਹੜੇ ਸਰਦਾਰ ਸੀ ਉਸ ਤੇ ਹਮਲਾ ਕਰਦੇ ਨੇ 1764 ਈਸਵੀ ਦੇ ਵਿੱਚ। ਤੇ ਸਰਹੰਦ ਤੇ ਕਬਜ਼ਾ ਜਿਹੜਾ ਉਹ ਸਾਂਝੀਵਾਲਤਾ ਦੇ ਨਾਲ ਇਹਨਾਂ ਦੀ ਜੋ ਆਪਸੀ ਸਾਂਝੀ ਉਹ ਸੀ ਬਣੀ ਹੋਈ ਕਮੇਟੀ, ਤਾਂ ਉਸ ਦੇ ਦੁਆਰਾ ਹੀ ਇਹਨਾਂ ਮਿਸਲਾਂ ਦੁਆਰਾ ਸਰਹੰਦ ਦੇ ਕਬਜ਼ਾ ਜਿਹੜਾ ਉਹ ਕੀਤਾ ਗਿਆ। ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਸਰਬੱਤ ਖਾਲਸੇ ਦਾ ਸਮਾਗਮ ਹਰ ਸਾਲ ਅਕਾਲ ਤਖਤ ਵਿਖੇ ਦੀਵਾਲੀ ਦੇ ਦਿਨ ਅਤੇ ਵਿਸਾਖੀ ਵਾਲੇ ਦਿਨ ਬੁਲਾਇਆ ਜਾਂਦਾ ਸੀ। ਇਸ ਦੇ ਵਿੱਚ ਅਸਲ 'ਚ ਹੁੰਦਾ ਕੀ ਸੀ ਕਿ ਜਿੰਨੇ ਸਿੱਖ ਲੋਕ ਸੀ, ਜਿੰਨੇ ਸਿੱਖ ਦੇ ਉੱਚ ਕੋਟੀ ਦੇ ਲੋਕ ਸੀ, ਉੱਚ ਕੋਟੀ ਦੇ ਸਰਦਾਰ ਸੀ, ਆਮ ਲੋਕ ਸੀ ਜਿਹੜੇ ਸਿੱਖ ਜਾਂ ਅੰਮ੍ਰਿਤਧਾਰੀ ਸੀ, ਉਹਨਾਂ ਨੂੰ ਸਾਰਿਆਂ ਨੂੰ ਹੀ ਇਸ ਮੌਕੇ 'ਤੇ ਬੁਲਾਇਆ ਜਾਂਦਾ ਸੀ। ਇਸ ਦੇ ਲਈ ਪਹਿਲਾਂ ਕੀਰਤਨ ਕੀਤਾ ਜਾਂਦਾ ਸੀ, ਅਰਦਾਸ ਹੁੰਦੀ ਸੀ, ਜੋ ਲੰਗਰ ਹੈ ਉਹ ਵਰਤਾਇਆ ਜਾਂਦਾ ਸੀ। ਬਾਅਦ ਦੇ ਵਿੱਚ ਕੋਈ ਵੀ ਵਿਅਕਤੀ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਕੋਈ ਇੱਕ ਵਿਅਕਤੀ ਜੋ ਸਮੱਸਿਆਵਾਂ ਸੀ, ਆਪਸ ਦੀ ਸਮੱਸਿਆਵਾਂ ਸੀ, ਉਹਨਾਂ ਨੂੰ ਨਜਿੱਠਣ ਦੇ ਲਈ ਉਹ ਸਾਰੀਆਂ ਸਮੱਸਿਆਵਾਂ ਉਸ ਸਰਬੱਤ ਖਾਲਸਾ ਦੇ ਅਧੀਨ ਸੀ, ਅੱਗੇ ਜਿਹੜੀਆਂ ਸਨ ਉਹ ਰੱਖਿਆ ਜਾਂਦਾ ਸੀ। ਸਾਰਾ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੁੰਦਾ ਸੀ। ਔਰਤਾਂ ਨੂੰ ਬੋਲਣ ਦਾ ਵੀ ਅਧਿਕਾਰ ਸੀ। ਔਰਤ ਵੀ ਕੋਈ ਵੀ ਹੈ ਜਿਹੜੀ ਉਹ ਆਪਣੇ ਮਸਲੇ ਆ ਜਿਹੜੇ ਉੱਥੇ ਲੈ ਕੇ ਗੱਲ ਕਰ ਸਕਦੀ ਸੀ। ਤਾਂ ਉਹਨਾਂ ਮਸਲਿਆਂ 'ਤੇ ਵਿਚਾਰ ਵਟਾਂਦਰਾ ਜਿਹੜਾ ਉਹ ਸਰਬੱਤ ਖਾਲਸਾ ਦੁਆਰਾ ਕੀਤਾ ਜਾਂਦਾ ਸੀ। ਤਾਂ ਕੁੱਲ ਮਿਲਾ ਕੇ ਗੱਲ ਕਰ ਲਈਏ, ਸਰਬੱਤ ਖਾਲਸਾ ਹਰ ਸਾਲ ਦੀਵਾਲੀ ਅਤੇ ਵਿਸਾਖੀ ਦੇ ਮੌਕੇ 'ਤੇ ਸਿੱਖਾਂ ਦੀਆਂ ਜਿੰਨੀਆਂ ਸਮੱਸਿਆਵਾਂ ਸੀਆਂ ਉਹਨਾਂ ਨੂੰ ਨਜਿੱਠਦੇ ਸਨ। ਕਿਉਂਕਿ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਜੋ ਸਮੱਸਿਆਵਾਂ ਹੁੰਦੇ ਸੀ ਉਹ ਜਿਹੜੇ ਸਿੱਖ ਮਿਸਲਾਂ ਦੇ ਸਰਦਾਰ ਸਨ ਉਹ ਉਸ ਨੂੰ ਉਸੇ ਮੌਕੇ 'ਤੇ ਹੀ ਉਸ ਦਾ ਨਿਆਂ ਕਰਦੇ ਸੀ ਅਤੇ ਉਸੇ ਮੌਕੇ 'ਤੇ ਹੀ ਜਿਹੜਾ ਉਸਦੀ ਹੱਲ ਹੈ ਜਿਹੜਾ ਉਹ ਮੌਕੇ 'ਤੇ ਕੀਤਾ ਜਾਂਦਾ ਸੀ। ਇਹਨਾਂ ਦੇ ਜੇ ਅੰਦਰੂਨੀ ਸੰਗਠਨ ਦੀ ਗੱਲ ਕਰੀਏ, ਸਿੱਖ ਮਿਸਲ ਦੇ ਅੰਦਰੂਨੀ ਸੰਗਠਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਮਿਸਲ ਦਾ ਸੰਗਠਨ ਸੀ, ਸਰਦਾਰ ਅਤੇ ਮਿਸਲਦਾਰ ਸੀ ਜਿਹੜੇ ਉਹ ਦੋਨੋਂ ਵਰਕਰ ਸੀ। ਇੱਕ ਅੱਛਾ ਰਾਜ ਪ੍ਰਬੰਧ ਹੈ ਜਿਹੜਾ, ਕਿਉਂਕਿ ਜਦੋਂ ਅਸੀਂ ਰਾਜ ਪ੍ਰਬੰਧ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਚਾਹੇ ਉਹ ਸਰਦਾਰ ਹੋਵੇ ਕੋਈ ਵੀ ਹੋਵੇ ਤਾਂ ਰਾਜ ਪ੍ਰਬੰਧ ਤੋਂ ਬਿਨਾਂ ਉਸਦਾ ਜੋ ਅੱਛੇ ਕੰਮ ਹੈ ਜਿਹੜੇ ਉਹ ਨਹੀਂ ਅਸੀਂ ਪੜ੍ਹ ਸਕਦੇ ਉਹਨਾਂ ਤੋਂ ਬਿਨਾਂ। ਤਾਂ ਸਰਦਾਰ ਦੇ ਅੱਗੇ ਮਿਸਲਦਾਰ ਹੁੰਦੇ ਸਨ, ਮਿਸਲਦਾਰਾਂ ਨੂੰ ਉਹ ਜ਼ਮੀਨ ਦੇ ਕੇ ਰੱਖਦੇ ਸਨ ਅਤੇ ਇੱਕ ਤਰ੍ਹਾਂ ਦੇ ਨਾਲ ਮਿਸਲਦਾਰਾਂ ਨੂੰ ਵੀ ਕਾਫੀ ਜ਼ਿਆਦਾ ਅਧਿਕਾਰ ਸੀ, ਸੁਤੰਤਰ ਸੀ ਉਹ ਆਪਣੇ ਆਪ ਦੇ ਵਿੱਚ ਕਿ ਉਹ ਸਰਦਾਰ ਦੇ ਅਧੀਨ ਨਹੀਂ ਸਨ। ਪਰ ਲੇਕਿਨ ਸਰਦਾਰ ਦੀ ਜੋ ਨਿਰੰਕੁਸ਼ਤਾ ਸੀ ਉਹਦੇ ਅੱਗੇ ਜੋ ਉਹਨਾਂ ਦੇ ਫੈਸਲੇ ਸਨ ਤਾਂ ਉਹਨਾਂ ਨੂੰ ਜ਼ਰੂਰ ਮੰਨਦੇ ਸਨ। ਤਾਂ ਜ਼ਮੀਨ ਸਮੇਤ ਜੇ ਮਿਸਲਦਾਰ ਦੇ ਕੋਲ ਆਪ ਦੀ ਜ਼ਮੀਨ ਹੁੰਦੀ ਸੀ, ਉਹ ਕਿਸੇ ਸਰਦਾਰ ਦੇ ਅਧੀਨ ਇੱਕ ਮਿਸਲਦਾਰ ਹੁੰਦਾ ਸੀ, ਉਹਨੂੰ ਜ਼ਮੀਨ ਜਿਹੜੀ ਆ ਉਹ ਸਰਦਾਰ ਦੁਆਰਾ ਦਿੱਤੀ ਜਾਂਦੀ ਸੀ। ਉਸ ਦੇ ਕੋਲ ਇੰਨਾ ਜ਼ਿਆਦਾ ਅਧਿਕਾਰ ਸੀ ਕਿ ਉਹ ਅਗਰ ਦੂਜੀ ਮਿਸਲ ਦੇ ਵਿੱਚ ਵੀ ਜਾਊਗਾ ਮਿਲੇਗਾ ਉਹਨਾਂ ਨੂੰ ਜਾ ਕੇ ਤਾਂ ਉਹ ਆਪਣੀ ਜ਼ਮੀਨ ਸਮੇਤ ਦੂਜੀ ਮਿਸਲ ਦੇ ਵਿੱਚ ਜਾ ਸਕਦਾ ਸੀ। ਮਤਲਬ ਕਹਿ ਲਈਏ ਕਿ ਲੋਕਤੰਤਰੀ ਅਧਿਕਾਰ ਉਸ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਦੇ ਕੋਲ ਸੀ। ਦੂਜਾ ਗੱਲ ਕਰੀਏ ਜਿਹੜਾ ਸਰਦਾਰ ਹੈ ਉਸਦਾ ਉਹਦਾ ਜੱਦੀ ਹੋਇਆ ਕਰਦਾ ਸੀ। ਮਤਲਬ ਜੇ ਸਰਦਾਰ ਜਿਉਂਦਾ ਹੈ ਤਾਂ ਉਹੀ ਸਰਦਾਰ ਰਹੇਗਾ, ਉਸ ਤੋਂ ਬਾਅਦ ਕੋਈ ਨਹੀਂ ਹੋਏਗਾ। ਜੇਕਰ ਉਸਦੀ ਮੌਤ ਆ ਜਾਂਦੀ ਹੈ ਤਾਂ ਉਸਦਾ ਪੁੱਤਰ, ਉਸਦਾ ਭਤੀਜਾ ਅਗਰ ਹੈਗਾ ਹੈ, ਚਚੇਰਾ ਭਰਾ ਹੋ ਸਕਦਾ ਹੈ, ਜਾਂ ਫਿਰ ਉਸਦੀ ਵਿਧਵਾ ਪਤਨੀ ਹੈ, ਉਸ ਨੂੰ ਜਿਹੜਾ ਸਰਦਾਰ ਦਾ ਰੂਪ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਹੈ, ਉਹਨੂੰ ਬਣਾਇਆ ਜਾ ਸਕਦਾ ਮਿਸਲ ਦਾ ਸਰਦਾਰ। ਦੂਜੇ ਪਾਸੇ ਜਿਹੜਾ ਅਹੁਦਾ ਸੀ ਉਸਦਾ ਜੱਦੀ ਸੀ, ਉਹ ਦੱਸ ਚੁੱਕਿਆ ਤੁਹਾਨੂੰ ਮੈਂ। ਸਰਦਾਰ ਦਾ ਜਿਹੜਾ ਸਬੰਧ ਸੀ ਪ੍ਰਜਾ ਨਾਲ ਕਾਫੀ ਅੱਛਾ ਸੀ। ਭਾਵੇਂ ਉਹਦਾ ਜਿਹੜਾ ਜੱਦੀ ਸੀ ਉਸ ਨੂੰ ਰਾਜ ਗੱਦੀ ਤੋਂ ਨਹੀਂ ਹਟਾਇਆ ਜਾ ਸਕਦਾ ਸੀ, ਲੇਕਿਨ ਪ੍ਰਜਾ ਦੇ ਨਾਲ ਉਸਦੇ ਸਬੰਧ ਬੜੇ ਅੱਛੇ ਸਨ। ਪ੍ਰਜਾ ਦੇ ਵਿੱਚ ਕੋਈ ਵੀ ਵਿਅਕਤੀ, ਆਮ ਵਿਅਕਤੀ ਸੀ ਜਿਹੜਾ ਉਹ ਸਰਦਾਰ ਤੱਕ ਆਪਣੀ ਪਹੁੰਚ ਕਰ ਸਕਦਾ ਸੀ, ਆਪਣੀ ਸਮੱਸਿਆਵਾਂ ਸਰਦਾਰ ਦੇ ਅੱਗੇ ਰੱਖ ਸਕਦਾ ਸੀ। ਜ਼ਿਆਦਾਤਰ ਮਾਮਲਾ ਕੁੱਲੀ ਗੁੱਲੀ ਜੁੱਲੀ ਦਾ ਹੀ ਹੁੰਦਾ ਸੀ। ਰੋਟੀ ਕੱਪੜਾ ਜਾਂ ਮਕਾਨ ਦੀ ਗੱਲ ਕਰ ਲਈਏ, ਜੋ ਸੁਰੱਖਿਆ ਦੀ ਗੱਲ ਕਰ ਲਈਏ ਤਾਂ ਉਹ ਸਰਦਾਰ ਦੇ ਨਾਲ ਸਿੱਧੀ ਵਾਰਤਾਲਾਪ ਹੈ ਜਿਹੜੀ ਉਹ ਇੱਕ ਆਮ ਵਿਅਕਤੀ ਦੀ ਹੋ ਜਾਂਦੀ ਸੀ। ਤਾਂ ਕੁੱਲ ਮਿਲਾ ਕੇ ਕਹੀਏ
ਤਾਂ ਸਰਦਾਰ ਦਾ ਤੇ ਪ੍ਰਜਾ ਦਾ ਜਿਹੜਾ ਸੰਬੰਧ ਸੀ ਉਹ ਬੜੇ ਅੱਛੇ ਢੰਗ ਦਾ ਸੀ। ਲੋਕਾਂ ਦੇ ਕੋਲ ਕਾਫੀ ਅਧਿਕਾਰ ਸਨ ਤੇ ਉਹ ਸਰਦਾਰ ਦੇ ਨਾਲ ਸਿੱਧੀ ਤੌਰ ਤੇ ਗੱਲ ਹੈ ਜਿਹੜੀ ਉਹ ਕਰ ਸਕਦੇ ਸਨ। ਜ਼ਿਲ੍ਹੇ ਦਾ ਪ੍ਰਬੰਧ ਕਰੀਏ ਤਾਂ ਕਾਰਦਾਰ ਦੀ ਗੱਲ ਕਰੀਏ, ਕਾਰਦਾਰ ਜ਼ਿਲ੍ਹੇ ਦਾ ਮੁਖੀ ਹੁੰਦਾ ਸੀ। ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਪੜ੍ਹਦੇ ਹਾਂ ਨਾ, ਤਾਂ ਉਹਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਪਿਆ ਕਿ ਜਿਹੜਾ ਕਾਰਦਾਰ ਹੈ ਉਹਦੇ ਕੋਲ ਬਹੁਤ ਸਾਰੀ ਸ਼ਕਤੀਆਂ ਸਨ। ਜਿਵੇਂ ਅੱਜ ਕੱਲ੍ਹ ਡਿਪਟੀ ਕਮਿਸ਼ਨਰ ਇੱਕ ਜ਼ਿਲ੍ਹੇ ਦੇ ਵਿੱਚ ਹੁੰਦਾ, ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕਾਰਦਾਰ ਨੂੰ ਇੰਨੀ ਜ਼ਿਆਦਾ ਸ਼ਕਤੀਆਂ ਸੀ ਜਿਹੜੀਆਂ ਉਹ ਦਿੱਤੀਆਂ ਹੋਈਆਂ ਸਨ। ਤਾਂ ਕਾਰਦਾਰ ਦਾ ਜਿਹੜਾ ਪ੍ਰਬੰਧ ਸੀ, ਕਾਰਦਾਰ ਇੱਕ ਕਿਸੇ ਯੋਗ ਵਿਅਕਤੀ ਨੂੰ ਹੀ ਮਿਸਲਦਾਰ ਜਾਂ ਮਿਸਲ ਦੇ ਸਰਦਾਰ ਦੁਆਰਾ ਬਣਾਇਆ ਜਾਂਦਾ ਸੀ, ਜੋ ਬਹੁਤ ਸੂਝਵਾਨ ਹੋਵੇ, ਜਿਹੜਾ ਕਿ ਉਸ ਜ਼ਿਲ੍ਹੇ ਨੂੰ ਚਲਾ ਸਕੇ, ਉਸ ਜ਼ਿਲ੍ਹੇ ਦੇ ਵਿੱਚ ਆਪਣੀ ਸਮਰੱਥਾ ਦੇ ਅਨੁਸਾਰ, ਨਿਯਮਾਂ ਦੇ ਅਨੁਸਾਰ, ਰੀਤੀ ਰਿਵਾਜਾਂ ਦੇ ਅਨੁਸਾਰ ਕੰਮ ਕਰ ਸਕੇ। ਕਿਉਂਕਿ ਉਸ ਸਮੇਂ ਲਿਖੇ ਹੋਏ ਨਿਯਮ ਤਾਂ ਨਹੀਂ ਸਨ, ਲਿਖਤੀ ਕਾਨੂੰਨ ਕੋਈ ਨਹੀਂ ਸੀ। ਇਸ ਕਰਕੇ ਜੋ ਰੀਤੀ ਰਿਵਾਜਾਂ ਦੇ ਕਾਨੂੰਨ ਸੀ, ਜੋ ਜ਼ਬਾਨੀ ਕਾਨੂੰਨ ਸੀ, ਜੋ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਸਕਦੇ ਸਨ, ਉਹ ਵਾਲੇ ਕਾਨੂੰਨ ਸੀ। ਤਾਂ ਉਸੇ ਵਿਅਕਤੀ ਨੂੰ ਹੀ ਕਾਰਦਾਰ ਜਿਹੜਾ ਉਹ ਬਣਾਇਆ ਜਾਂਦਾ ਸੀ। ਤਾਂ ਮਿਸਲਾਂ ਦੇ ਸਰਦਾਰ ਸੀ ਜਿਹੜੇ ਜਾਂ ਮਿਸਲਦਾਰ ਸੀ, ਉਹਨਾਂ ਦੇ ਕਾਰਦਾਰ ਦੇ ਮਾਮਲੇ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਹੁੰਦੀ ਸੀ। ਕਾਰਦਾਰ ਆਪਣੇ ਢੰਗ ਦੇ ਨਾਲ, ਆਪਣੇ ਤੌਰ ਤਰੀਕੇ ਦੇ ਨਾਲ ਕੰਮ ਕਰਦਾ ਸੀ। ਜੇਕਰ ਕਾਰਦਾਰ ਮਤਲਬ ਕੋਈ ਗੈਰ ਕਾਨੂੰਨੀ ਕੰਮ ਕਰਦਾ ਸੀ, ਜਾਂ ਉਹਨੂੰ ਬਦਲ ਵੀ ਦਿੱਤਾ ਜਾ ਸਕਦਾ ਸੀ, ਜਾਂ ਉਹਨੂੰ ਹਟਾਇਆ ਜਾ ਸਕਦਾ ਸੀ। ਪਿੰਡਾਂ ਦੇ ਪ੍ਰਬੰਧ ਦੀ ਗੱਲ ਕਰ ਲਈ ਤਾਂ ਪਿੰਡ ਪੁਰਾਤਨ ਭਾਰਤ ਤੋਂ ਅਸੀਂ ਦੇਖਦੇ ਰਹੇ, ਪਿੰਡ ਹਮੇਸ਼ਾ ਤੋਂ ਸਭ ਤੋਂ ਛੋਟੀ ਇਕਾਈ ਰਹੀ ਹੈ ਰਾਜ ਪ੍ਰਬੰਧ ਦੀ। ਪੰਚਾਇਤ ਦਾ ਪ੍ਰਬੰਧ ਪਿੰਡਾਂ ਦੇ ਵਿੱਚ ਹੁੰਦਾ ਸੀ। ਲੋਕ ਪੰਚਾਇਤ ਦੀ ਗੱਲ ਜਿਹੜੀ ਉਹ ਸੁਣਿਆ ਕਰਦੇ ਸਨ, ਬੜੇ ਧਿਆਨ ਦੇ ਨਾਲ ਲੋਕ ਉਸ ਨੂੰ ਸਹਿਯੋਗ ਕਰਦੇ ਸਨ ਪੰਚਾਇਤ ਨੂੰ। ਪਿੰਡਾਂ ਦੇ ਛੋਟੇ ਛੋਟੇ ਮਸਲੇ, ਚਾਹੇ ਘਰੇਲੂ ਮਸਲੇ ਦੀ ਗੱਲ ਕਰ ਲਈਏ, ਚਾਹੇ ਉਹਨਾਂ ਦੇ ਜ਼ਮੀਨ ਨੂੰ ਲੈ ਕੇ ਮਸਲੇ ਦੀ ਗੱਲ ਕਰੀਏ, ਤਾਂ ਪਿੰਡਾਂ ਦੇ ਮਸਲੇ ਸਾਰੇ ਕਿਸਾਨਾਂ ਦੇ ਮਸਲੇ ਦੀ ਗੱਲ ਕਰ ਲਈਏ ਤਾਂ ਪੰਚਾਇਤ ਜਿਹੜਾ ਉਹਨਾਂ ਮਸਲਿਆਂ ਦਾ ਹੱਲ ਹੈ ਜਿਹੜਾ ਉਹ ਕਰਿਆ ਕਰਦੀ ਸੀ। ਪੰਚਾਇਤ ਕੋਲ ਬਹੁਤ ਜ਼ਿਆਦਾ ਅਧਿਕਾਰ ਸਨ। ਜੇਕਰ ਮਿਸਲਦਾਰ ਦੀ ਗੱਲ ਕਰ ਲਈਏ, ਜਾਂ ਮਿਸਲ ਦੇ ਸਰਦਾਰ ਦੀ ਗੱਲ ਕਰ ਲਈਏ, ਜਾਂ ਫਿਰ ਕਾਰਦਾਰ ਦੀ ਗੱਲ ਕਰ ਲਈਏ, ਤਾਂ ਉਹਨਾਂ ਦਾ ਪਿੰਡਾਂ ਦੇ ਪ੍ਰਬੰਧ ਦੇ ਵਿੱਚ, ਪੰਚਾਇਤ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਹੁੰਦੀ ਸੀ। ਜੇਕਰ ਕੋਈ ਵਿਅਕਤੀ ਪਿੰਡ ਦੇ ਨਿਯਮਾਂ ਦੀ ਧੱਜੀਆਂ ਉਡਾਉਂਦਾ ਸੀ ਜਾਂ ਪੰਚਾਇਤ ਦੇ ਫੈਸਲੇ ਤੋਂ ਨਾਖੁਸ਼ ਹੁੰਦਾ ਸੀ, ਉਸ ਨੂੰ ਪੰਚਾਇਤ ਦੇ ਫੈਸਲੇ ਨੂੰ ਨਹੀਂ ਮੰਨਦੇ ਸਨ, ਤਾਂ ਜਿਹੜਾ ਸੋਸ਼ਲ ਬਾਈਕਾਟ, ਜਿਵੇਂ ਸਮਾਜਿਕ ਬਾਈਕਾਟ ਹੈ, ਉਹ ਕਰ ਦਿੱਤਾ ਜਾਂਦਾ ਸੀ। ਮਤਲਬ ਕਿ ਉਸ ਨੂੰ ਪਿੰਡ ਤੋਂ ਜ਼ਿਆਦਾ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੀ, ਜਾਂ ਫਿਰ ਪਿੰਡ ਦੇ ਲੋਕ ਉਸ ਨੂੰ ਉਸ ਦਾ ਜਿਹੜਾ ਬਾਈਕਾਟ ਉਹ ਪੂਰੇ ਤਰੀਕੇ ਦੇ ਨਾਲ ਕਰਦੇ ਸਨ। ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਲੰਬਰਦਾਰ, ਪਟਵਾਰੀ ਅਤੇ ਚੌਂਕੀਦਾਰ ਸੀ ਜਿਹੜੇ ਉਹ ਨਿਯੁਕਤ ਕੀਤੇ ਗਏ ਸੀ ਸਰਕਾਰ ਦੁਆਰਾ। ਲੰਬਰਦਾਰ ਦੇ ਕੋਲ ਪੂਰਾ ਲੇਖਾ ਜੋਖਾ ਹੁੰਦਾ ਸੀ ਪਿੰਡ ਦਾ, ਤੇ ਪਟਵਾਰੀ ਦੇ ਕੋਲ ਜਿਹੜੀ ਕਿਸਾਨਾਂ ਦੀ ਜ਼ਮੀਨ ਸੀ ਉਸਦੀ ਜੋ ਮਿਣਤੀ ਕੀਤੀ ਹੋਈ ਸੀ ਉਹ ਸਾਰਾ ਲੇਖਾ ਜੋਖਾ ਪਟਵਾਰੀ ਦੇ ਕੋਲ ਹੋਇਆ ਕਰਦਾ ਸੀ। ਤੇ ਚੌਂਕੀਦਾਰ ਸੀ ਜਿਹੜਾ ਉਹ ਪਿੰਡ ਦੀ ਦੇਖ ਰੇਖ ਕਰਦਾ ਸੀ, ਦੇਖਭਾਲ ਕਰਦਾ ਸੀ। ਤੇ ਬਾਕੀ ਜੋ ਪਿੰਡ ਦੇ ਬਾਕੀ ਦੇ ਕੰਮ ਨੇ, ਜਿਵੇਂ ਜਨਮ ਦਰ ਵਗੈਰਾ ਜਾਂ ਜੋ ਆ, ਉਹ ਚੌਂਕੀਦਾਰ ਦੇ ਅਧੀਨ ਹੀ ਹੋਇਆ ਕਰਦੀ ਸੀ। ਜੇ ਮਿਸਲਾਂ ਦੇ ਆਰਥਿਕ ਪ੍ਰਬੰਧ ਦੀ ਗੱਲ ਕਰੀ ਤਾਂ ਆਰਥਿਕ ਪ੍ਰਬੰਧ ਬੜਾ ਅੱਛੇ ਢੰਗ ਦਾ ਸੀ। ਲਗਾਨ ਪ੍ਰਬੰਧ ਇੱਕ ਉਹਨਾਂ ਦਾ ਆਮਦਨੀ ਦਾ ਸੋਮਾ ਰਿਹਾ ਹੈ। ਪ੍ਰਾਚੀਨ ਭਾਰਤ ਤੋਂ ਅਸੀਂ ਪੜ੍ਹਦੇ ਆ ਰਹੇ ਹਾਂ ਕਿ ਜੋ ਆਮਦਨੀ ਦੇ ਜਿਹੜੇ ਸਾਧਨ ਸੀ ਮੁੱਖ ਖੇਤੀਬਾੜੀ ਤੋਂ ਹੀ ਸੀ। ਤਾਂ ਖੇਤੀਬਾੜੀ ਤੋਂ ਜਿਹੜਾ ਲਗਾਨ ਪ੍ਰਬੰਧ ਹੈ ਉਹ ਇਕੱਠਾ ਕੀਤਾ ਜਾਂਦਾ ਸੀ। ਅਕਬਰ ਨੇ, ਜਾਂ ਉਹਦੀ ਗੱਲ ਕਰੀਏ ਸ਼ੇਰ ਸ਼ਾਹ ਸੂਰੀ ਦੀ, ਤਾਂ ਉਹਨਾਂ ਨੇ ਜ਼ਮੀਨ ਨੂੰ 4 ਤਰੀਕੇ ਦੇ ਨਾਲ ਵੰਡਿਆ ਹੋਇਆ ਸੀ। ਪੁਲਾਜ, ਪਰੋਤੀ, ਛੱਛਰ, ਬੰਜਰ। ਮਤਲਬ ਪੁਲਾਜ ਕਿਸਮ ਦੀ ਜ਼ਮੀਨ ਹੈ ਜਿਹੜੀ ਬਹੁਤ ਉਪਜਾਊ ਹੁੰਦੀ ਹੈ, ਪਰੋਤੀ ਉਸ ਤੋਂ ਬਾਅਦ ਵਾਲੀ ਹੁੰਦੀ ਹੈ। ਤਾਂ ਬਹੁਤ ਹੀ ਉਪਜਾਊ ਜ਼ਮੀਨ ਤੋਂ ਮਿਸਲ ਸਰਦਾਰ ਕੀ ਕਰਦੇ ਸੀ, ਮਿਸਲਾਂ ਨੇ ਵੀ ਇਹੀ ਕੀਤਾ ਕਿ ਬਹੁਤ ਹੀ ਉਪਜਾਊ ਜ਼ਮੀਨ ਤੋਂ ਉਹ ਜਿਹੜਾ ਲਗਾਨ ਹੈ ਉਹ ਵੱਧ ਮਾਤਰਾ ਦੇ ਵਿੱਚ ਇਕੱਠਾ ਕਰਿਆ ਕਰਦੇ ਸਨ। ਉਪਜ ਦਾ ਲਗਭਗ, ਮਤਲਬ ਜਿਹੜੀ ਕਿਸਾਨ ਦੀ ਉਪਜ ਸੀ, ਫਸਲ ਦੀ ਜਿੰਨੀ ਉਪਜ ਹੁੰਦੀ ਸੀ ਉਸ ਦਾ 1/3 ਤੋਂ ਲੈ ਕੇ 1/4 ਭਾਗ ਹੈ ਜਿਹੜਾ ਉਹ ਇਕੱਠਾ ਕੀਤਾ ਜਾਂਦਾ ਸੀ। ਤੇ ਦੂਜੇ ਪਾਸੇ ਜਿਹੜੀ ਵਧੇਰੇ ਉਪਜਾਊ ਜ਼ਮੀਨ ਸੀ, ਜਿਵੇਂ ਪੁਲਾਜ ਕਿਸਮ ਦੀ ਜ਼ਮੀਨ ਹੋਵੇ, ਤਾਂ ਉਸ ਤੋਂ ਜਿਹੜਾ ਲਗਾਨ ਹੈ ਉਹ ਲਗਭਗ 50% ਜਾਂ 1/2 ਹਿੱਸਾ ਲਿਆ ਜਾਂਦਾ ਸੀ। ਕਿਉਂਕਿ ਜਿਹੜੀ ਜਦੋਂ ਉਪਜ ਹੋ ਜਾਂਦੀ ਸੀ ਉਸ ਤੋਂ ਬਾਅਦ ਹੀ ਜਿਹੜਾ ਉਹ ਲਗਾਨ ਇਕੱਠਾ ਕੀਤਾ ਜਾਂਦਾ ਸੀ। ਸਾਲ ਦੇ ਵਿੱਚ ਲਗਭਗ 2 ਵਾਰੀ ਹੈ ਜਿਹੜਾ ਲਗਾਨ ਹੈ ਉਹ ਇਕੱਠਾ ਕੀਤਾ ਜਾਂਦਾ ਸੀ। ਕਿਉਂਕਿ ਸਾਡੀ ਫਸਲਾਂ ਜਿਹੜੀ ਹੈ 2 ਮੁੱਖ ਹੁੰਦੀਆਂ ਨੇ, ਸਾਉਣ ਤੇ ਹਾੜੀ ਦੀ, ਉਹਨਾਂ ਦੇ ਦਰਮਿਆਨ ਹੀ ਜਿਹੜਾ ਹੈ ਲਗਾਨ ਹੈ ਉਹ ਇਕੱਠਾ ਕੀਤਾ ਜਾਂਦਾ ਸੀ। ਬਟਾਈ ਪ੍ਰਥਾ ਪ੍ਰਚਲਿਤ ਸੀ, ਇਹਨਾਂ ਦੇ ਕੋਲ ਵੀ ਬਟਾਈ ਸਿਸਟਮ ਸੀ। ਬਟਾਈ ਸਿਸਟਮ ਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਸਰਕਾਰ ਦੇ ਜਿਹੜੇ ਅਫਸਰ ਨੇ ਉਹ ਜਿਹੜਾ ਲਗਾਨ ਹੈ ਉਦੋਂ ਇਕੱਠਾ ਕਰਦੇ ਸਨ। ਜਦੋਂ ਕਿਸਾਨ ਆਪਣੀ ਫਸਲ ਵੱਢ ਲੈਂਦਾ ਸੀ, ਜਦੋਂ ਉਪਜ ਹੋ ਜਾਂਦੀ ਸੀ, ਤਾਂ ਉਪਜ ਤੋਂ ਜੋ ਕੁਝ ਮਿਲਦਾ ਸੀ ਤਾਂ ਉਹਦੇ ਤੋਂ 1/3 ਜਾਂ 1/4 ਜੋ ਜ਼ਮੀਨ ਦੀ
ਕਿਸਮ ਹੈ, ਜੋ ਜ਼ਮੀਨ ਦੀ ਕਿਸਮ ਜ਼ਿਆਦਾ ਵਧੀਆ ਹੈ ਤਾਂ ਉਹਦੇ ਤੋਂ 1/2 ਆ ਜਿਹੜਾ ਉਹ ਲਗਾਨ ਇਕੱਠਾ ਕੀਤਾ ਜਾਂਦਾ ਸੀ। ਤਾਂ ਜਿਹੜਾ ਲਗਾਨ ਹੈ ਬਟਾਈ ਪ੍ਰਥਾ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਲਗਾਨ ਉਸ ਵਕਤ ਜਾਂ ਨਗਦ ਰੂਪ ਵਿੱਚ ਲਿਆ ਜਾਂਦਾ ਸੀ ਜਾਂ ਫਿਰ ਉਸ ਨੂੰ ਅਨਾਜ ਦੇ ਰੂਪ ਦੇ ਵਿੱਚ ਸਰਕਾਰ ਦੇ ਕੋਲ, ਸਰਕਾਰ ਦੇ ਗੁਦਾਮਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਸੀ। ਪੱਤੀਦਾਰੀ ਪ੍ਰਥਾ ਇਹਨਾਂ ਦੇ ਵਿੱਚ ਪ੍ਰਚਲਿਤ ਸੀ ਕਿਉਂਕਿ ਮਿਸਲਦਾਰਾਂ ਨੇ ਆਪਣੇ ਅੱਗੇ ਮਿਸਲ ਸਰਦਾਰਾਂ ਨੇ ਆਪਣੇ ਅੱਗੇ ਪੱਤੀਦਾਰ, ਜਾਗੀਰਦਾਰ ਰੱਖੇ ਹੋਏ ਸਨ। ਤਾਂ ਪੱਤੀਦਾਰੀ ਪ੍ਰਥਾ ਦੇ ਵਿੱਚ ਹੁੰਦਾ ਕੀ ਸੀ, ਪੱਤੀ ਦਾ ਮਤਲਬ ਹਿੱਸਾ ਹੁੰਦਾ, ਮਤਲਬ ਜ਼ਮੀਨ ਦਾ ਹਿੱਸਾ ਹੋ ਗਿਆ। ਤਾਂ ਛੋਟੇ ਛੋਟੇ ਜ਼ਮੀਨ ਦੇ ਹਿੱਸੇ ਸੀ ਜਿਹੜੇ ਉਹ ਮਿਸਲ ਸਰਦਾਰਾਂ ਨੇ ਵੰਡੇ ਹੋਏ ਸੀ ਤੇ ਉਹਨਾਂ ਨੂੰ ਪੱਤੀਦਾਰ ਕਿਹਾ ਜਾਂਦਾ ਸੀ। ਤਾਂ ਉਹ ਉਸ ਜ਼ਮੀਨ ਤੋਂ ਜੋ ਵੀ ਉਪਜ ਲੈਂਦੇ ਸੀ ਤਾਂ ਉਸ ਦਾ ਜੋ ਉਗਰਾਈਆ ਹੁੰਦਾ ਸੀ, ਜੋ ਲਗਾਨ ਹੁੰਦਾ ਸੀ, ਉਹ ਸਰਕਾਰ ਨੂੰ ਦੇਣਾ ਉਹਨਾਂ ਨੂੰ ਬਣਦਾ ਸੀ। ਜੇਕਰ ਜ਼ਮੀਨ ਉਹਨਾਂ ਦੇ ਕੋਲ ਹੁੰਦੀ ਸੀ, ਜੇਕਰ ਜ਼ਮੀਨ ਦੀ ਮੌਸਮ ਖਰਾਬ ਹੋ ਜਾਏ ਜਾਂ ਫਿਰ ਵਰਖਾ ਸਮੇਂ ਤਾਂ ਨਾ ਹੋਵੇ, ਉਹਨਾਂ ਦੀ ਫਸਲ ਖਰਾਬ ਹੋ ਜਾਏ ਤਾਂ ਉਹਨਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਵੀ ਪੈਦਾ ਕਰਨਾ ਹੋ ਜਾਂਦਾ ਸੀ। ਲੇਕਿਨ ਉਸ ਤੋਂ ਬਾਅਦ ਉਹ ਆਪਣੀ ਜ਼ਮੀਨ ਵੇਚ ਤਾਂ ਨਹੀਂ ਸਕਦੇ ਸਨ, ਪਰ ਗਹਿਣੇ ਰੱਖੇ ਹੋਰ ਜਿਹੜੀ ਫਸਲ ਹੈ ਉਹ ਕਰ ਸਕਦੇ ਸੀ। ਉਹ ਇੰਨੇ ਕੁ ਅਧਿਕਾਰ ਉਹਨਾਂ ਨੂੰ ਹੋਇਆ ਕਰਦੇ ਸਨ। ਦੂਜਾ ਮਿਸਲਦਾਰੀ ਪ੍ਰਥਾ ਪ੍ਰਚਲਿਤ ਸੀ ਕਿਉਂਕਿ ਮਿਸਲ ਸਰਦਾਰ ਜਿਹੜੇ ਹੈ ਸੀ ਉਹ ਆਪਣੇ ਨਾਲ ਦੇ ਨੂੰ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਹੁੰਦੀ, ਯੁੱਧ ਦੇ ਵਿੱਚ ਮਦਦ ਕੀਤੀ ਹੁੰਦੀ ਸੀ ਮਿਸਲ ਸਰਦਾਰ ਦੀ, ਉਸ ਮਿਸਲ ਸਰਦਾਰ ਨੂੰ ਉਹ ਮਿਸਲ ਸਰਦਾਰ ਕੀ ਕਰਦਾ ਸੀ ਤਾਂ ਉਹਨਾਂ ਨੂੰ ਛੋਟੇ ਛੋਟੇ ਜ਼ਮੀਨ ਦੇ ਜਿਹੜੇ ਟੁਕੜੇ ਆ ਜਾਂ ਜ਼ਮੀਨਾਂ ਉਹਨਾਂ ਨੂੰ ਵੰਡ ਦਿੰਦੇ ਸੀ। ਤਾਂ ਉਹ ਮਿਸਲਦਾਰੀ ਪ੍ਰਥਾ ਉਹਨਾਂ ਦੇ ਸਮੇਂ ਦੇ ਵਿੱਚ ਇਹ ਲਾਗੂ ਸੀ। ਤਾਬੇਦਾਰੀ ਪ੍ਰਥਾ ਸੀ ਜਿਹੜੀ, ਤਾਬੇਦਾਰੀ ਪ੍ਰਥਾ ਦੇ ਵਿੱਚ ਇਸ ਤਰ੍ਹਾਂ ਸੀ, ਤਾਬੇਦਾਰੀ ਪ੍ਰਥਾ ਪ੍ਰਚਲਿਤ ਸੀ ਕਿਉਂਕਿ ਇਸ ਪ੍ਰਥਾ ਦੇ ਵਿੱਚ ਜਿਹੜੇ ਮਿਸਲ ਸਰਦਾਰ ਨੇ ਉਹ ਆਪਣੇ ਜ਼ਮੀਨਾਂ ਉਹਨਾਂ ਨੂੰ ਵੰਡ ਦਿੰਦੇ ਸਨ। ਲੇਕਿਨ ਜਦੋਂ ਉਹ ਮੌਕੇ 'ਤੇ ਕੋਈ ਅੱਛਾ ਕੰਮ ਨਾ ਕਰੇ ਤਾਂ ਉਹ ਜ਼ਮੀਨਾਂ ਜਿਹੜੀਆਂ ਉਹ ਉਸੇ ਸਮੇਂ ਉਹ ਵਾਪਸ ਲੈ ਲਿਆ ਕਰਦੇ ਸਨ। ਇਸ ਸਮੇਂ ਦਰਮਿਆਨ ਜਾਗੀਰਦਾਰੀ ਪ੍ਰਥਾ ਵੀ ਪ੍ਰਚਲਿਤ ਸੀ। ਜਾਗੀਰ ਦਾ ਮਤਲਬ ਜ਼ਮੀਨ ਦਾ ਟੁਕੜਾ ਹੁੰਦਾ ਹੈ। ਤਾਂ ਮਿਸਲ ਸਰਦਾਰ ਕੀ ਕਰਦੇ ਸੀ, ਆਪਣੇ ਜ਼ਮੀਨ ਦਾ ਟੁਕੜਾ ਜਿਹੜਾ ਉਹ ਆਪਣੇ ਸਾਥੀਆਂ ਨੂੰ ਦੇ ਦਿੰਦੇ ਸਨ ਤੇ ਉਹਨਾਂ ਨੂੰ ਜਾਗੀਰਾਂ ਜਿਹੜੀਆਂ ਉਹ ਥਮਾ ਦਿੰਦੇ ਸੀ। ਤਾਂ ਉਹ ਜਾਗੀਰਾਂ ਤੋਂ ਬਹੁਤ ਸਾਰਾ ਜਿਹੜਾ ਉਹ ਫਸਲ ਹੁੰਦੀ ਸੀ ਉਹ ਅੱਗੇ ਕਿਸਾਨਾਂ ਨੂੰ ਜਿਵੇਂ ਠੇਕੇ 'ਤੇ ਦੇ ਦਿੱਤੀ ਜਾਂ ਕਿਸਾਨਾਂ ਨੂੰ ਅੱਗੇ ਜਿਹੜੀ ਜ਼ਮੀਨ ਹੈ ਉਹ ਵੰਡ ਦਿੰਦੇ ਸੀ। ਤਾਂ ਉਹਨਾਂ ਜ਼ਮੀਨਾਂ ਦੇ ਇਲਾਕੇ ਤੋਂ ਉਸ ਤੋਂ ਜੋ ਵੀ ਉਪਜ ਮਿਲਦੀ ਸੀ ਉਸ ਉਪਜ ਤੋਂ ਜਾਗੀਰਦਾਰ ਕੀ ਕਰਦੇ ਸੀ, ਜਿੰਨਾ ਵੀ ਲਗਾਨ ਸੀ ਉਹ ਇਕੱਠਾ ਕਰ ਲੈਂਦੇ ਸੀ ਤੇ ਉਸ ਲਗਾਨ ਦੇ ਬਦਲੇ ਜਾਂ ਤਾਂ ਸਰਕਾਰ ਨੂੰ ਲਗਾਨ ਜਮ੍ਹਾਂ ਕਰਾ ਦਿੰਦੇ ਸੀ ਜਾਂ ਫਿਰ ਜਾਗੀਰਦਾਰ ਇਹ ਕਰਦੇ ਸੀ ਕਿ ਮਿਸਲਦਾਰ ਨੂੰ ਜਾਂ ਮਿਸਲ ਸਰਦਾਰ ਨੂੰ ਜਦੋਂ ਜ਼ਰੂਰਤ ਪਵੇ ਤਾਂ ਉਹ ਆਪਣੀ ਸੈਨਾ ਦੇ ਇੱਕ ਟੁਕੜੀ ਜਿਹੜੀ ਉਹ ਉਹਨਾਂ ਨੂੰ ਦੇ ਦਿੰਦੇ ਸੀ। ਮਤਲਬ ਇੱਕ ਤਰ੍ਹਾਂ ਦਾ ਇਹ ਕੰਟਰੈਕਟ ਸਿਸਟਮ ਹੋ ਜਾਂਦਾ ਸੀ ਕਿ ਜਾਗੀਰਦਾਰ ਮਿਸਲ ਸਰਦਾਰ ਤੋਂ ਜ਼ਮੀਨ ਲੈ ਲਿਆ ਕਰਦੇ ਸੀ ਔਰ ਉਸ ਦੇ ਬਦਲੇ ਦੇ ਵਿੱਚ ਉਹਨਾਂ ਨੂੰ ਜਿਹੜੇ ਨੌਜਵਾਨ ਸਾਥੀ ਹੁੰਦੇ ਸੀ ਉਹਨਾਂ ਨੂੰ ਉਸ ਦੀ ਸੈਨਾ ਦੇ ਲਈ ਭਰਤੀ ਕਰ ਦਿੰਦੇ ਸੀ। ਮਤਲਬ ਉਹਨਾਂ ਨੂੰ ਲੋੜ ਪੈਂਦੇ ਯੁੱਧ ਦੇ ਸਮੇਂ ਦੇ ਵਿੱਚ ਉਹ ਉਹਨਾਂ ਨੂੰ ਜੋ ਵੀ ਸੈਨਾ ਹੁੰਦੀ ਸੀ, ਜੋ ਜਿੰਨੀ ਲੋੜੀਂਦੀ ਸੈਨਾ ਹੁੰਦੀ ਸੀ, ਜਿੰਨੀ ਕੁ ਉਹ ਕਰ ਸਕਦੇ ਸਨ ਉਹ ਮੁਹੱਈਆ ਕਰਦੇ ਸਨ। ਰਾਖੀ ਪ੍ਰਥਾ ਗੱਲ ਕਰੀਏ, ਬਹੁਤ ਮਸ਼ਹੂਰ ਇਹ ਜਿਹੜੀ ਇਹ ਟਰਮਸ ਹੈ, ਐਗਜ਼ਾਮ ਦੇ ਲਈ ਵੀ ਬਹੁਤ ਕੰਮ ਆਉਂਦੀ ਹੈ। ਰਾਖੀ ਪ੍ਰਥਾ ਸੀ ਜਿਹੜੀ, ਅਸਲ ਦੇ ਵਿੱਚ ਰਾਖੀ ਪ੍ਰਥਾ ਹੈ ਕੀ ਆ, ਰਾਖੀ ਦਾ ਮਤਲਬ ਰਾਖੀ ਕਰਨਾ, ਪ੍ਰੋਟੈਕਸ਼ਨ ਦੇਣੀ ਲੋਕਾਂ ਨੂੰ। ਸਾਲ ਦੇ ਵਿੱਚ ਲਗਭਗ ਦੋ ਵਾਰੀ ਉਪਜ ਦਾ 1/5 ਭਾਗ ਹੈ ਜਿਹੜਾ ਉਹ ਸਰਦਾਰ ਨੂੰ ਦੇਣਾ ਪੈਂਦਾ ਸੀ। ਹੁਣ ਹੁੰਦਾ ਕੀ ਸੀ ਇਸ ਦੇ ਵਿੱਚ ਕਿ ਜੋ ਸਰਦਾਰ ਨੇ, ਮਿਸਲ ਸਰਦਾਰ ਨੇ, ਇਹ ਸਾਲ ਦੇ ਵਿੱਚ 2 ਵਾਰੀ ਲਗਾਨ ਇਕੱਠਾ ਕਰਦੇ ਸਨ। ਉਸ ਦੇ ਬਦਲੇ ਦੇ ਵਿੱਚ ਇਹ ਉੱਥੇ ਸਿਪਾਹੀ ਛੱਡਦੇ ਸਨ ਕਿਉਂਕਿ ਅਬਦਾਲੀ ਦੇ ਹਮਲੇ ਦੀ ਗੱਲ ਕਰ ਲਈਏ, ਅਫਗਾਨਾਂ ਦੇ ਹਮਲੇ ਦੀ ਗੱਲ ਕਰ ਲਈਏ, ਮੁਗਲਾਂ ਦੇ ਅਤਿਆਚਾਰਾਂ ਦੀ ਗੱਲ ਕਰ ਲਈਏ ਤਾਂ ਇਹ ਸਮੇਂ ਤੇ ਮਤਲਬ ਇਹ ਲੋਕ ਕੀ ਕਰਦੇ ਸੀ, ਸਿੱਖਾਂ 'ਤੇ ਹਮਲਾ ਕਰਦੇ ਸੀ। ਤਾਂ ਉਹਨਾਂ ਸਿੱਖਾਂ ਦੀ ਰੱਖਿਆ ਦੇ ਲਈ, ਉਹਨਾਂ ਦੇ ਇਲਾਕੇ ਦੇ ਲਈ ਇਹ ਮਿਸਲ ਸਰਦਾਰ ਆਪਣੇ ਉਸ ਇਲਾਕੇ ਦੇ ਵਿੱਚ ਆਪਣੇ ਸਿਪਾਹੀਆਂ ਨੂੰ ਛੱਡ ਦਿੰਦੇ ਸਨ ਤੇ ਉਹ ਉਹਨਾਂ ਦੀ ਰੱਖਿਆ ਕਰਦੇ ਸਨ। ਉਸ ਦੇ ਬਦਲੇ ਦੇ ਵਿੱਚ ਜਿਹੜਾ ਟੈਕਸ ਹੈ ਵਸੂਲਿਆ ਜਾਂਦਾ ਸੀ। ਇਸ ਤੋਂ ਇਲਾਵਾ ਆਮਦਨੀ ਦਾ ਜਿਹੜਾ ਸਾਧਨ ਸੀ ਉਹ ਚੁੰਗੀ ਕਰ ਵੀ ਸੀ। ਚੁੰਗੀ ਕਰ ਕੀ ਸੀ ਕਿ ਜਿਹੜੇ ਉਸ ਸਮੇਂ ਦੇ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜੇ ਵਪਾਰੀ ਸੀ, ਜਦੋਂ ਉਹਨਾਂ ਦੇ ਇਲਾਕੇ ਦੇ ਵਿੱਚੋਂ ਦੀ ਉਹ ਆਪਣਾ ਸਮਾਨ ਲੈ ਕੇ ਨਿਕਲਦੇ ਸੀ ਤਾਂ ਉਸ ਦੇ ਲਈ ਉਹਨਾਂ ਨੂੰ ਚੁੰਗੀ ਕਰ ਹੈ ਜਿਹੜਾ ਚੁਕਾਉਣਾ ਪੈਂਦਾ ਸੀ। ਨਜ਼ਰਾਨਾ ਜਿਹੜਾ ਇਹ ਵੀ ਇੱਕ ਆਮਦਨੀ ਦਾ ਸਾਧਨ ਸੀ। ਜਿਹੜੇ ਇਲਾਕੇ ਦੇ ਵਿੱਚ ਮਿਸਲਦਾਰਾਂ ਦੀ ਕਬਜ਼ਾ ਕੀਤਾ ਹੋਇਆ ਸੀ ਤਾਂ ਉਸ ਤੋਂ ਪੂਰਾ ਸਲਾਨ 1 ਸਾਲ ਦਾ ਜਾਂ ਸਾਲਾਨਾ ਦਾ ਜਿਹੜਾ ਨਜ਼ਰਾਨਾ ਉਹ ਲਿਆ ਜਾਂਦਾ ਸੀ। ਨਿਆਂ ਵਿਭਾਗ ਤੋਂ ਵੀ ਆਮਦਨੀ ਦਾ ਇੱਕ ਸਾਧਨ ਸੀ ਕਿਉਂਕਿ ਨਿਆਂ ਵਿਭਾਗ ਤੋਂ ਬਹੁਤ ਸਾਰੀ ਜਿਹੜੀ ਆਮਦਨ ਹੈ ਉਹਨਾਂ ਨੂੰ ਹੋ ਜਾਇਆ ਕਰਦੀ ਸੀ ਕਿਉਂਕਿ ਜਿਹੜੇ ਵਿਅਕਤੀਆਂ ਨੂੰ ਜੁਰਮਾਨੇ ਲਗਾਏ ਜਾਂਦੇ ਸਨ ਜਾਂ ਜਿਹੜੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਂਦੀ ਸੀ ਤਾਂ ਉਹਨਾਂ ਤੋਂ ਕੁਝ ਨਾ ਕੁਝ ਜੋ ਵੀ ਹੈ ਉਗਰਾਹੀ ਹੈ ਉਹ ਕੀਤੀ ਜਾਂਦੀ ਸੀ ਸਰਕਾਰ ਦੁਆਰਾ।
ਜੇਕਰ ਖਰਚੇ ਦੀ ਗੱਲ ਕਰੀਏ, ਜੇਕਰ ਇੰਨੀ ਆਮਦਨੀ ਹੋ ਜਾਂਦੀ ਹੈ ਮਿਸਲ ਸਰਦਾਰਾਂ ਦੀ, ਤਾਂ ਇਹ ਖਰਚਾ ਕਿੱਥੇ ਕਰਦੇ ਸੀ? ਤਾਂ ਖਰਚਾ ਸਭ ਤੋਂ ਵੱਧ ਸੈਨਾ ਤੇ ਹੁੰਦਾ ਸੀ, ਕਿਉਂਕਿ ਸੈਨਾ ਬਣਾਉਣ ਦੇ ਲਈ, ਸੈਨਾ ਭਰਤੀ ਕਰਨ ਦੇ ਲਈ, ਯੁੱਧ ਲੜਨ ਦੇ ਲਈ ਹਮੇਸ਼ਾ ਹਥਿਆਰਾਂ ਦੀ ਜ਼ਰੂਰਤ ਪੈਂਦੀ ਹੈ, ਸੈਨਾ ਦੀ ਜ਼ਰੂਰਤ ਪੈਂਦੀ ਹੈ, ਘੋੜੇ ਦੀ ਜ਼ਰੂਰਤ ਪੈਂਦੀ ਹੈ। ਤਾਂ ਹਥਿਆਰਾਂ ਦੇ ਵਿੱਚ ਤਲਵਾਰਾਂ, ਨੇਜੇ ਹੋ ਗਏ ਜਾਂ ਬਾਰੂਦ ਹੋ ਗਿਆ, ਭਾਲੇ ਹੋ ਗਏ, ਬਰਛੇ ਹੋ ਗਏ, ਇਹ ਚੀਜ਼ਾਂ ਰੱਖਣੀਆਂ ਪੈਂਦੀ ਸੀ। ਇਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਖਰਚਾ ਆਉਂਦਾ ਸੀ ਕਿਲੇ ਦੇ ਨਿਰਮਾਣ ਤੇ, ਉਸ ਤੋਂ ਵੀ ਜ਼ਿਆਦਾ ਜਿਹੜਾ ਇਹ ਖਰਚ ਉਹ ਆਇਆ ਕਰਦਾ ਸੀ, ਕਿਉਂਕਿ ਯੁੱਧ ਦੀ ਜਿੰਨੀ ਸਮੱਗਰੀ ਸੀ ਉਹ ਸਮੱਗਰੀ ਕਿਲੇ ਦੇ ਵਿੱਚ ਰੱਖੀ ਜਾਂਦੀ ਸੀ। ਜਿਵੇਂ ਛੋਟੀਆਂ ਤੋਪਾਂ ਹੋ ਗਈਆਂ, ਉਹ ਵੀ ਕਿਲੇ ਦੇ ਵਿੱਚ ਰੱਖੀ। ਕਿਲਾ ਬਣਾਉਣ ਦੇ ਲਈ ਵੀ ਜੋ ਖਰਚਾ ਬਹੁਤ ਜ਼ਿਆਦਾ ਹੁੰਦਾ ਸੀ। ਗਰੀਬਾਂ 'ਤੇ ਖਰਚਾ ਹੁੰਦਾ ਸੀ, ਕਿਉਂਕਿ ਜਿਹੜੇ ਇਲਾਕੇ ਦੀ ਇਹ ਰੱਖਿਆ ਕਰਦੇ ਸਨ, ਤਾਂ ਜਿੱਥੇ ਬਹੁਤ ਸਾਰੇ ਗਰੀਬ ਹੁੰਦੇ ਸੀ, ਉਹਨਾਂ ਨੂੰ ਲੋੜੀਂਦੀਆਂ ਚੀਜ਼ਾਂ ਜੋ ਉਹਨਾਂ ਨੂੰ, ਜਿਵੇਂ ਰਾਸ਼ਨ ਦੀ ਗੱਲ ਕਰ ਲਈਏ ਜਾਂ ਕੋਈ ਹੋਰ ਲੋੜੀਂਦੀ ਚੀਜ਼ ਹੋ ਗਈ, ਤਾਂ ਉਸ ਦੇ ਲਈ ਵੀ ਜਿਹੜਾ ਸਰਕਾਰ ਹੈ ਉਹ ਖਰਚ ਕਰਿਆ ਕਰਦੀ ਸੀ। ਤਾਂ ਗੁਰਦੁਆਰੇ ਸਾਹਿਬ ਦੀ ਮੈਂ ਪਹਿਲਾਂ ਤੁਹਾਨੂੰ ਗੱਲ ਦੱਸ ਚੁੱਕਿਆ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਲੰਗਰ ਵਰਤਾਉਣਾ, ਗੁਰਦੁਆਰੇ ਸਾਹਿਬ ਦੇ ਵਿੱਚ ਜੋ ਲੋੜੀਂਦੀਆਂ ਚੀਜ਼ਾਂ ਸੀ ਜਾਂ ਇਨਫਰਾਸਟਰਕਚਰ ਸੀ ਉਸ ਨੂੰ ਪੂਰਾ ਕਰਨਾ, ਇਹ ਵੀ ਖਰਚਾ ਸੀ ਜਿਹੜਾ ਉਹ ਮਿਸਲ ਸਰਦਾਰ ਚੁੱਕਿਆ ਕਰਦੇ ਸੀ। ਘੋੜੇ ਦੀ ਗੱਲ ਕਰ ਲਈ ਤਾਂ ਘੋੜੇ ਦੀ ਖਰੀਦ ਸਭ ਤੋਂ ਜ਼ਿਆਦਾ ਜਿਹੜੀ ਖਰਚਾ ਹੁੰਦਾ ਸੀ ਘੋੜੇ ਤੇ ਸੀ, ਕਿਉਂਕਿ ਚੰਗੀ ਕਿਸਮ ਦੇ ਜਿਹੜੇ ਘੋੜੇ ਸੀ ਉਹ ਖਰੀਦਣੇ ਪੈਂਦੇ ਸਨ, ਕਿਉਂਕਿ ਲੜਾਈ ਕਿਤੇ ਨਜ਼ਦੀਕੀ ਜਾਂ ਸਥਾਨਕ ਏਰੀਏ 'ਤੇ ਤਾਂ ਹੁੰਦੀ ਨਹੀਂ ਸੀ। ਕਦੇ 100-200 ਕਿਲੋਮੀਟਰ ਵੀ ਰੋਜ਼ ਦਾ ਜਿਹੜਾ ਉਹਨਾਂ ਨੂੰ ਜਾਣਾ ਪੈਂਦਾ ਸੀ, ਲੜਾਈ ਹੁੰਦੀ ਸੀ। ਤਾਂ ਅੱਛੀ ਕਿਸਮ ਦੇ ਜਿਹੜੇ ਘੋੜੇ ਸੀ ਉਹ ਖਰੀਦੇ ਜਾਂਦੇ ਸਨ, ਉਹ ਬੜੇ ਮਹਿੰਗੇ ਹੁੰਦੇ ਸਨ। ਨਿਆਂ ਪ੍ਰਬੰਧ ਦੀ ਗੱਲ ਕਰ ਲਈ ਤਾਂ ਕਾਰਦਾਰ ਦੀ ਜਿਹੜੀ ਅਦਾਲਤ ਹੁੰਦੀ ਸੀ, ਕਾਰਦਾਰ ਜ਼ਿਲ੍ਹੇ ਦੇ ਤੌਰ 'ਤੇ ਨਿਆਂ ਦਾ ਜਿਹੜਾ ਕੰਮ ਹੈ ਉਹ ਕਰਿਆ ਕਰਦਾ ਸੀ। ਪੰਚਾਇਤ ਦੀ ਗੱਲ ਕਰ ਲਈਏ, ਪੰਚਾਇਤ ਪਿੰਡਾਂ ਦੇ ਵਿੱਚ ਜੋ ਨਿਆਂ ਕਰਦੀ ਸੀ ਉਸੇ ਨੂੰ ਹੀ ਅੰਤਿਮ ਹੈ ਜਿਹੜਾ ਉਹ ਮੰਨਿਆ ਜਾਂਦਾ ਸੀ। ਸਰਦਾਰ ਦੀ ਜਿਹੜੀ ਅਦਾਲਤ ਹੈ, ਜੇਕਰ ਮਾਮਲਾ ਕਾਰਦਾਰ ਦੇ ਕੋਲ ਨਹੀਂ ਸੂਤ ਆਉਂਦਾ ਸੀ, ਨਹੀਂ ਮਤਲਬ ਉਸਦਾ ਹੱਲ ਨਿਕਲਦਾ ਸੀ, ਤਾਂ ਸਰਦਾਰ ਦੀ ਅਦਾਲਤ ਦੇ ਵਿੱਚ ਉਹ ਮੁਕੱਦਮਾ ਪਹੁੰਚ ਜਾਂਦਾ ਸੀ। ਮੁਕੱਦਮਾ ਭਾਵੇਂ ਦੀਵਾਨੀ ਹੋਵੇ, ਭਾਵੇਂ ਫੌਜਦਾਰੀ ਹੋਵੇ, ਤਾਂ ਉਸ ਦੀ ਜਿਹੜੀ ਆਖਰੀ ਫੈਸਲਾ ਹੁੰਦਾ ਸੀ ਉਹ ਸਰਦਾਰ ਦੇ ਕੋਲ ਹੁੰਦਾ ਸੀ। ਸਰਦਾਰ ਨੂੰ ਬਹੁਤ ਸਾਰੇ ਅਧਿਕਾਰ ਸੀ, ਉਹ ਕਿਸੇ ਵੀ ਵਿਅਕਤੀ ਨੂੰ ਉਹਦੀ ਸਜ਼ਾ ਮਾਫ ਵੀ ਕਰ ਸਕਦਾ ਸੀ ਜਾਂ ਉਸ ਨੂੰ ਸਜ਼ਾ ਦੇ ਵੀ ਸਕਦਾ ਸੀ। ਇੱਥੋਂ ਤੱਕ ਕਿ ਉਹਦੇ ਕੋਲ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਵੀ ਹੋਇਆ ਕਰਦਾ ਸੀ। ਪਰ ਕਦੇ ਵੀ ਕਿਸੇ ਮਿਸਲ ਸਰਦਾਰ ਦੁਆਰਾ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਨਹੀਂ ਗਈ। ਜਿਹੜੀ ਕਾਨੂੰਨ ਦੇ ਸਜ਼ਾਵਾਂ ਸੀ, ਕਾਨੂੰਨ ਮੈਂ ਪਹਿਲਾਂ ਦੱਸ ਚੁੱਕਿਆ ਤੁਹਾਨੂੰ ਕਿ ਕਾਨੂੰਨ ਸੀ ਜਿਹੜੇ ਉਹ ਲਿਖਤੀ ਨਹੀਂ ਸਨ, ਸਗੋਂ ਰੀਤੀ ਰਿਵਾਜਾਂ ਦੇ ਨਾਲ ਚੱਲਦੇ ਸਨ। ਮੂੰਹ ਜ਼ਬਾਨੀ ਸੀ ਜਿਹੜੇ ਨਿਯਮਾਂ ਦੇ, ਮੂੰਹ ਜ਼ਬਾਨੀ ਹੀ ਜਿਹੜੇ ਨਿਯਮ ਸੀ ਉਹ ਬਣੇ ਹੋਏ ਸਨ। ਕਾਨੂੰਨ ਦੇ ਵਿੱਚ ਜਿਹੜਾ ਫੈਸਲਾ ਹੈ ਉਹ ਸਰਦਾਰ ਦਾ ਹੋਇਆ ਕਰਦਾ ਸੀ। ਨੱਕ, ਹੱਥ, ਪੈਰ, ਕੰਨ ਕੱਟਣ ਦੀ ਸਜ਼ਾ ਜ਼ਰੂਰ ਸੀ, ਲੇਕਿਨ ਇਹ ਉਹਨਾਂ ਨੂੰ ਦਿੰਦੇ ਸਨ ਜਦੋਂ ਇੱਕ ਗਲਤੀ ਤੋਂ ਬਾਅਦ, ਦੂਜੀ ਗਲਤੀ ਤੋਂ ਬਾਅਦ ਜੇਕਰ ਤੀਸਰੀ ਜਾਂ ਚੌਥੀ ਗਲਤੀ ਕਰਦਾ ਸੀ ਤਾਂ ਹੀ ਇਹ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ ਸੀ। ਮੁਕੱਦਮਾ ਜਿੱਤਣ ਵਾਲੇ ਵਿਅਕਤੀ ਤੋਂ ਸਰਕਾਰ ਹੈ ਜਿਹੜਾ ਉਹ ਸ਼ੁਕਰਾਨਾ ਵਸੂਲ ਜ਼ਰੂਰ ਕਰਦੀ ਸਨ ਕਿ ਜੋ ਉਹਨਾਂ ਦੀ ਇੱਛਾ ਹੋਏਗੀ ਉਸ ਦੇ ਲਈ ਉਹ ਆਪਣੀ ਜੋ ਇੱਛਾ ਮੁਤਾਬਕ ਜੋ ਕੁਝ ਵੀ ਉਹ ਦੇ ਸਕਦੇ ਸਨ ਉਹ ਦੇ ਸਕਦੇ ਸਨ ਸਰਕਾਰ ਨੂੰ। ਸੈਨਿਕ ਪ੍ਰਬੰਧ ਦੀ ਗੱਲ ਕਰ ਲਈਏ ਤਾਂ ਘੋੜਸਵਾਰ ਸੈਨਾ ਸਭ ਤੋਂ ਚੰਗੀ, ਮਤਲਬ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਪੈਂਦਾ ਸੀ ਉਹ ਘੋੜਸਵਾਰ ਸੈਨਾ ਤੇ ਹੁੰਦਾ ਸੀ, ਸਭ ਤੋਂ ਅਹਿਮ ਹੁੰਦੀ ਸੀ। ਤੁਹਾਨੂੰ ਮੈਂ ਦੱਸ ਚੁੱਕਿਆ ਗੁਰੀਲਾ ਯੁੱਧ ਪ੍ਰਣਾਲੀ ਦੇ ਵਿੱਚ ਘੋੜਸਵਾਰ ਸੈਨਿਕਾਂ ਦੀ ਅਹਿਮ ਵਰਤੋਂ ਸੀ। ਪੈਦਲ ਸੈਨਿਕਾਂ ਦੀ ਵਰਤੋਂ ਆ ਜਿਹੜੀ ਉਹ ਘੱਟ ਸੀ, ਇਹਨੂੰ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਸਨ, ਕਿਉਂਕਿ ਹਰ ਰੋਜ਼ 100 ਕਿਲੋਮੀਟਰ ਤੇ ਜਾਂ 200 ਕਿਲੋਮੀਟਰ ਜਦੋਂ ਯੁੱਧ ਹੁੰਦਾ ਸੀ, ਰੈਗੂਲਰ ਜਿਹੜਾ ਯੁੱਧ ਹੁੰਦਾ ਸੀ 6 ਮਹੀਨੇ ਬਾਅਦ, ਸਾਲ 6 ਮਾਹੀ 'ਚ, ਤਾਂ ਫਿਰ ਪੈਦਲ ਸੈਨਿਕਾਂ ਦੀ ਘੱਟ ਹੀ ਲੋੜ ਹੈ ਜਿਹੜੀ ਉਹ ਪੈਂਦੀ ਸੀ। ਤੋਪਖਾਨਾ ਇਹਨਾਂ ਦਾ ਜ਼ਿਆਦਾ ਵਧੀਆ ਨਹੀਂ ਸੀ, ਕਿਉਂਕਿ 40 ਤੋਪਾਂ ਸੀ ਇਹਨਾਂ ਦੇ ਕੋਲ, ਉਹ ਵੀ ਛੋਟੀ ਸੀ ਜਾਂ ਫਿਰ ਕੁਝ ਖਰਾਬ ਹੋਈਆਂ ਪਈਆਂ ਸਨ। ਭਰਤੀ ਸੀ ਜਿਹੜੀ ਇਹ ਖੁੱਲੀ ਭਰਤੀ ਚੱਲਦੀ ਸੀ ਇਹਨਾਂ ਦੇ ਵਿੱਚ, ਉਸ ਦੀ ਕੋਈ ਯੋਗਤਾ ਦੇ ਆਧਾਰ ਤੇ ਨਹੀਂ ਹੁੰਦੀ ਸੀ ਭਰਤੀ। ਨਕਦ ਤਨਖਾਹ ਦੀ ਗੱਲ ਕਰੀਏ ਤਾਂ ਸਰਕਾਰ ਨਕਦ ਤਨਖਾਹ ਨਹੀਂ ਦਿੰਦੀ ਸੀ, ਸਗੋਂ ਲੁੱਟ ਦੇ ਮਾਲ ਦੇ ਵਿੱਚੋਂ ਹੀ ਜੋ ਮਾਲ ਮਿਲਦਾ ਸੀ ਉਹ ਇਹਨਾਂ ਨੂੰ ਪਹੁੰਚਾ ਦਿੰਦੀ ਸੀ, ਉਹਦੇ ਵਿੱਚੋਂ ਹੀ ਵੰਡ ਲੈਂਦੇ ਸੀ ਇਹ। ਤੇ ਇਸ ਕਰਕੇ ਕੁਝ ਇਤਿਹਾਸਕਾਰ ਨੂੰ ਸਮੰਤਵਾਦੀ ਪ੍ਰਣਾਲੀ ਵੀ ਕਹਿੰਦੇ ਸਨ। ਲੜਾਈ ਦਾ ਜਿਹੜਾ ਮੁੱਖ ਢੰਗ ਸੀ ਇਹਨਾਂ ਦਾ ਛਾਪਾਮਾਰ ਯੁੱਧ ਪ੍ਰਣਾਲੀ ਸੀ, ਕਿਉਂਕਿ ਜਦੋਂ ਇਹ ਗੁਰੀਲਾ ਯੁੱਧ ਪ੍ਰਣਾਲੀ ਸੀ, ਮਰਾਠੇ ਵੀ ਇਹੀ ਵਰਤਿਆ ਕਿ ਸ਼ਿਵਾਜੀ ਮਰਾਠੇ ਵਰਗੇ ਅਤੇ ਉਸਦੇ ਜਿਹੜੇ ਉੱਤਰਾਧਿਕਾਰੀ ਸੀ ਉਹ ਵੀ ਛਾਪਾਮਾਰ ਯੁੱਧ ਪ੍ਰਣਾਲੀ ਹੀ ਵਰਤਿਆ ਕਰਦੇ ਸਨ। ਮਿਸਲਾ ਦੀ ਜਿਹੜੀ ਕੁੱਲ ਸੈਨਾ ਸੀ, ਡਾਕਟਰ ਹਰੀਰਾਮ ਗੁਪਤਾ ਜੀ ਕਹਿੰਦੇ ਸਨ, ਬੜੇ ਉੱਘੇ ਇਤਿਹਾਸਕਾਰ ਸਨ, ਉਹ ਕਹਿੰਦੇ ਸਨ ਕਿ ਮਿਸਲਾ ਦੀ ਕੁੱਲ ਸੈਨਾ ਲਗਭਗ 1 ਲੱਖ ਸੀ, ਜਦੋਂ ਕਿ ਪੈਦਲ ਸੈਨਾ ਦੀ ਗਿਣਤੀ ਹੈ ਜਿਹੜੀ ਉਹ 5000 ਸੀ। ਪਰ ਕੁਝ ਇਤਿਹਾਸਕਾਰ ਇਸ ਦੀ ਗਿਣਤੀ ਇਸ ਤੋਂ ਵੱਧ ਦੱਸਦੇ ਸਨ, 2,50,000 ਦੱਸਦੇ ਸਨ, ਕੁਝ 2,90,000, ਕੋਈ 3 ਲੱਖ ਦੱਸਦਾ ਹੈ। ਤਾਂ ਹਰੀਰਾਮ ਗੁਪਤਾ ਜੀ ਬਹੁਤ ਉੱਘੇ ਇਤਿਹਾਸਕਾਰ ਨੇ ਪੰਜਾਬ ਦੇ,
ਤਾਂ ਉਹ 1 ਲੱਖ ਸੈਨਾ ਜਿਹੜੀ ਉਹ ਦੱਸਦੇ ਸਨ। ਇਹਨਾਂ ਸੰਗਠਨ ਦੀ ਸਰੂਪ ਦੀ ਗੱਲ ਕਰੀਏ ਕਿ ਜਿਵੇਂ ਦਾ ਇਹਨਾਂ ਦਾ ਸੰਗਠਨ ਸੀ, ਉਹ ਸੰਗਠਨ ਦੇ ਵਿੱਚ ਹੈ ਕੀ ਸੀ, ਅਸਲ ਦੇ ਵਿੱਚ ਉਸ ਦੇ ਵਿੱਚ ਚੱਲਦਾ ਕੀ ਸੀ। ਤਾਂ ਇਹ ਮੈਂ ਗੱਲ ਤੁਹਾਨੂੰ ਪਿਛਲੇ ਭਾਗ ਦੇ ਵਿੱਚ ਵੀ ਕਹੀ ਸੀ, ਹੁਣ ਥੋੜੀ ਦੁਬਾਰਾ ਮੈਂ ਕਲੈਰੀਫਾਈ ਕਰਨ ਦੇ ਲਈ ਇਹ ਜਿਹੜੀ ਹੈ ਸਲਾਈਡ ਪਾਈ ਇਸ ਦੇ ਵਿੱਚ। ਜਿਹੜੀ ਕਨਿੰਗਮ ਹੈ, ਜਿਹੜੇ ਅੰਗਰੇਜ਼ੀ ਇਤਿਹਾਸਕਾਰ ਨੇ, ਇਹ ਕਹਿੰਦੇ ਨੇ ਕਿ ਸੰਗਠਨ ਸੀ ਜਿਹੜਾ, ਇਹਨਾਂ ਦਾ ਜੋ ਨੇਚਰ ਸੀ, ਸਰੂਪ ਸੀ, ਉਹ ਧਰਮਤਾਂਤਰਿਕ ਸੀ, ਸੰਘੀ ਸੀ ਤੇ ਸਮੰਤਵਾਦੀ ਸੀ। ਮਤਲਬ ਜਿਹੜੇ ਸਿੱਖ ਮਿਸਲ ਦੇ ਲੋਕ ਸਨ ਉਹ ਕਿਸੇ ਕੇਂਦਰੀ ਸੰਸਥਾ ਦੇ ਅਧੀਨ, ਗੁਰਮਤਾ ਦੇ ਅਧੀਨ ਸਨ, ਤਾਂ ਉਸ ਦੇ ਵਿੱਚ ਧਰਮ ਸੀ ਜਿਹੜਾ ਉਹ ਝਲਕਿਆ ਕਰਦਾ ਸੀ। ਉਹ ਧਰਮ ਤੇ ਆਧਾਰਿਤ ਸਨ, ਧਰਮ ਦੇ ਆਧਾਰ ਤੇ ਜਿਹੜੇ ਉਹ ਕੰਮ ਕਰਦੇ ਸੀ ਸਿੱਖ ਮਿਸਲ ਦੇ ਸਰਦਾਰ ਸੀ ਜਿਹੜੇ। ਦੂਜਾ, ਉਹ ਕਹਿੰਦੇ ਇਹ ਸੰਘੀ ਸਨ। ਸੰਘੀ ਕਿਉਂ ਸਨ? ਕਿਉਂਕਿ ਇਹਨਾਂ ਦਾ ਜਿਹੜਾ ਸੰਘੀ ਢਾਂਚਾ ਸੀ ਉਹ ਢਿੱਲਾ ਜਿਹਾ ਸੀ। ਇਹ ਦੂਜੀ ਮਿਸਲਾਂ ਦੇ ਨਾਲ ਮਿਲ ਜਾਂਦੇ ਸਨ, ਸਾਂਝੀ ਲੜਾਈ ਜ਼ਰੂਰ ਲੜਦੇ ਸੀ, ਲੇਕਿਨ ਫਿਰ ਉਸੇ ਮਿਸਲ ਨਾਲ ਇਹਨਾਂ ਦਾ ਆਪਸ ਦੇ ਵਿੱਚ ਵੀ ਯੁੱਧ ਹੋ ਜਾਂਦਾ ਸੀ। ਤਾਂ ਇਸ ਕਰਕੇ ਜਿਹੜਾ ਇਹਨਾਂ ਦਾ ਢਾਂਚਾ ਸੀ ਉਹ ਸੰਘੀ ਸੀ। ਤੀਸਰਾ, ਉਹ ਕਹਿੰਦੇ ਸਨ ਸਮੰਤਵਾਦੀ ਸਨ। ਸਮੰਤਵਾਦੀ ਭਾਵ ਕਿ ਜਿਹੜੇ ਸਿੱਖ ਸਰਦਾਰ ਸੀ, ਜਿਹੜੋ ਮਿਸਲ ਦੇ ਸਰਦਾਰ ਸੀ, ਉਹ ਜਦੋਂ ਕੋਈ ਲੁੱਟ ਦਾ ਮਾਲ ਲੈ ਕੇ ਆਉਂਦੇ ਸੀ ਤਾਂ ਉਹਨਾਂ ਨੂੰ ਤਨਖਾਹ ਤੇ ਦਿੱਤੀ ਨਹੀਂ ਜਾਂਦੀ ਸੀ, ਨਾ ਉਹਨਾਂ ਦੀ ਕੋਈ ਨਿਯਮਿਤ ਨੌਕਰੀ ਹੁੰਦੀ ਸੀ। ਤਾਂ ਉਹ ਲੁੱਟ ਦੇ ਮਾਲ ਦੇ ਵਿੱਚੋਂ ਹੀ ਉਹਨਾਂ ਸਿਪਾਹੀਆਂ ਨੂੰ ਜਿਹੜੀ ਹੈ ਉਹ ਸੈਲਰੀ ਹੈ, ਜੋ ਤਨਖਾਹ ਹੈ, ਉਹ ਵੰਡ ਦਿੰਦੇ ਸਨ। ਤਾਂ ਇਸ ਤਰ੍ਹਾਂ ਜਿਹੜੀ ਕਨਿੰਗਮ ਨੇ ਆਪਣੀ ਜਿਹੜੀ ਵਿਆਖਿਆ ਹੈ ਉਹ ਧਰਮਤਾਂਤਰਿਕ, ਸੰਘੀ ਤੇ ਸਮੰਤਵਾਦੀ ਹੈ ਜਿਹੜਾ ਉਹ ਢਾਂਚਾ ਦੱਸਿਆ ਹੈ। ਉਸ ਤੋਂ ਬਾਅਦ ਡਾਕਟਰ AC ਬੈਨਰਜੀ ਕਹਿੰਦੇ ਸਨ ਕਿ ਨਾ ਤਾਂ ਉਹ ਸਮੰਤਵਾਦੀ ਸੀ ਤੇ ਨਾ ਹੀ ਉਹ ਧਰਮ ਤੇ ਆਧਾਰਿਤ ਸੀ। ਡਾਕਟਰ AC ਬੈਨਰਜੀ ਉਹਨਾਂ ਦੇ ਵਿਚਾਰਾਂ ਦਾ ਖੰਡਨ ਕਰਦੇ ਸਨ। ਉਹ ਕਹਿੰਦੇ ਸਨ ਨਾ ਉਹ ਸਮੰਤਵਾਦੀ ਸਿਸਟਮ ਨਹੀਂ ਸੀ, ਸਗੋਂ ਉਹ ਉਹਨਾਂ ਤੋਂ ਲੁੱਟਦੇ ਸਨ ਜੋ ਭਾਰਤ ਨੂੰ ਲੁੱਟਣ ਆਇਆ ਕਰਦੇ ਸਨ, ਤੇ ਨਾ ਹੀ ਧਰਮ ਤੇ ਆਧਾਰਿਤ ਸੀ। ਗੁਰਮਤਾ ਦੇ ਆਦੇਸ਼ ਜ਼ਰੂਰ ਹੁੰਦੇ ਸੀ, ਪਰ ਅੰਤ ਦੇ ਵਿੱਚ ਜਦੋਂ ਹੌਲੀ ਹੌਲੀ ਸਿੱਖ ਮਿਸਲਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜ਼ਿਆਦਾ ਸ਼ਕਤੀ ਆਉਣ ਲੱਗੀ ਤਾਂ ਉਸ ਤੋਂ ਬਾਅਦ ਗੁਰਮਤਾ ਦੇ ਜਿਹੜੇ ਆਦੇਸ਼ ਹੈ ਉਹ ਬਹੁਤ ਜਿਹੜੇ ਘੱਟ ਸੀ, ਉਹ ਉਹਦੇ ਨੂੰ ਜਿਹੜੇ ਉਹਨਾਂ ਦੇ ਉੱਤਰਾਧਿਕਾਰੀ ਸੀ ਉਹਨਾਂ ਦੁਆਰਾ ਮੰਨਿਆ ਗਿਆ। ਇਬੜਸਨ ਦਾ ਵਿਚਾਰ ਹੈ ਅੰਗਰੇਜ਼ੀ ਇਤਿਹਾਸਕਾਰ ਨੇ, ਉਹ ਕਹਿੰਦੇ ਨੇ ਕਿ ਇਹ ਧਰਮਤਾਂਤਰਿਕ, ਪ੍ਰਜਾਤੰਤਰ, ਇੱਕ ਤੰਤਰ ਦਾ ਸੁਮੇਲ ਸੀ। ਮਤਲਬ ਕਿ ਧਰਮ ਤੇ ਆਧਾਰਿਤ ਜ਼ਰੂਰ ਸੀ, ਇੱਕ ਪ੍ਰਜਾਤੰਤਰੀ ਸੀ। ਪ੍ਰਜਾਤੰਤਰੀ ਕਿਵੇਂ ਸੀ? ਜੇ ਧਰਮ ਤੇ ਆਧਾਰਿਤ ਸੀ ਤਾਂ ਉਸ ਦੇ ਵਿੱਚ ਲੋਕਤੰਤਰ ਦੇ ਅੰਸ਼ ਜ਼ਰੂਰ ਸਨ। ਕੋਈ ਵੀ ਸਰਦਾਰ ਦਾ ਕੋਈ ਵੀ ਮੈਂਬਰ, ਮਿਸਲ ਸਰਦਾਰ ਦਾ ਕੋਈ ਵੀ ਮੈਂਬਰ ਜਾਂ ਮਿਸਲਦਾਰ ਜਾਂ ਜਾਗੀਰਦਾਰ ਜਾਂ ਪੱਤੀਦਾਰ ਕਿਸੇ ਵੀ ਮਿਸਲ ਦੇ ਵਿੱਚ ਜਾ ਕੇ ਉਸ ਦਾ ਮੈਂਬਰ ਬਣ ਸਕਦਾ ਸੀ। ਮਤਲਬ ਉਹ ਜ਼ਮੀਨ ਲੈ ਕੇ ਵੀ ਜਾ ਸਕਦਾ ਸੀ। ਦੂਜਾ ਇਹ ਸੀ ਕਿ ਸਾਰੇ ਮਿਸਲ ਸਰਦਾਰ ਇੱਕ ਦੂਜੇ ਨੂੰ ਆਪਣੇ ਬਰਾਬਰ ਸਮਝਦੇ ਸਨ। ਤੀਸਰਾ ਇਹ ਸੀ ਕਿ ਮਿਸਲ ਦੇ ਵਿੱਚ ਲੋਕਤੰਤਰੀ ਪੱਖ ਤੋਂ ਇਹ ਸੀ ਕਿ ਹਰ ਇੱਕ ਦੇ ਅਧਿਕਾਰ ਸੀ ਜਿਹੜੇ ਉਹ ਸ਼ਾਮਲ ਸਨ। ਲਾਸਟ ਦੇ ਵਿੱਚ ਆ ਗਿਆ ਉਹਦਾ ਇੱਕ ਤੰਤਰ ਕਿ ਨਿਰੰਕੁਸ਼ ਸ਼ਕਤੀ ਸੀ ਰਾਜੇ ਦੇ ਕੋਲ, ਸਰਦਾਰ ਦੇ ਕੋਲ, ਕਿ ਸਿਰਫ ਜੋ ਫੈਸਲਾ ਹੈ ਉਹ ਸਿਰਫ ਸਰਦਾਰ ਹੀ ਲਵੇਗਾ। ਤਾਂ ਇਬੜਸਨ ਦੇ ਵਿਚਾਰ ਇਹ ਸੀ ਕਿ ਧਰਮਤੰਤਰੀ, ਪ੍ਰਜਾਤੰਤਰ, ਇੱਕ ਤੰਤਰ ਦਾ ਸੁਮੇਲ ਸੀ। ਤੋਂ ਅਸੀਂ ਅੰਤ ਵਿੱਚ ਇਹੀ ਕਹਾਂਗੇ ਕਿ ਇਹ ਚਾਹੇ ਕੁਝ ਵੀ ਸੀ, ਪਰ ਸਿੱਖ ਮਿਸਲ ਸਰਦਾਰਾਂ ਨੇ ਉਸ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਰੱਖਿਆ ਕੀਤੀ। ਤੇ ਬਾਕੀ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ। ਬਾਕੀ ਅੱਗੇ ਨਵੇਂ ਟੌਪਿਕ ਤੇ ਫਿਰ ਮਿਲਾਂਗੇ, ਉਦੋਂ ਤੱਕ ਧੰਨਵਾਦ।